Hello, dear aspirants. I welcome you all in this beautiful platform of Burma Academy. So, as you all know, आप इस platform ਦੇ ਉੱਤੇ ਤੁਹਾਡੇ ਲਈ ਕਾਫੀ ਲੰਬੇ ਸਮੇਂ ਤੋਂ ਜਿਹੜਾ ਮਟੀਰੀਅਲ ਲੈਵਲ ਲਿਆਂਦਾ ਜਾ ਰਿਹਾ ਸੋ ਦੈਟ ਤੁਸੀਂ ਜੇ ਤੁਸੀਂ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਜੇ ਤੁਸੀਂ ਕੋਈ ਵੀ ਪੇਡ ਬੈਚ ਹੈ ਜਿਹੜਾ ਖਰੀਦ ਨਹੀਂ ਸਕਦੇ ਤਾਂ ਤੁਸੀਂ ਇਹ ਜਿਹੜਾ ਫ੍ਰੀ ਆਫ ਕਾਸਟ ਆਪਣਾ ਮਟੀਰੀਅਲ ਹੈ ਤੁਹਾਨੂੰ ਦਿੱਤਾ ਜਾ ਰਿਹਾ ਉੱਥੋਂ ਤਿਆਰੀ ਕਰ ਸਕਦੇ ਹੋ ਤੁਸੀਂ ਇਹ ਜਿਹੜਾ ਇੱਥੇ ਜਿੱਤੇ ਹਰ ਇੱਕ ਜਿਹੜਾ ਆਪਣੇ ਕੋਲ ਕੋਈ ਵੀ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਂਦਾ ਹੈ ਚਾਹੇ ਉਹ ਇੰਗਲਿਸ਼ ਗ੍ਰਾਮਰ ਦਾ ਹੋਵੇ ਵੋਕੈਬ ਦਾ ਹੋਵੇ ਜਾਂ ਕਿਸੇ ਹੋਰ ਸਬਜੈਕਟ ਦਾ ਹੋਵੇ ਤਾਂ ਉਹ A1 ਲੈਵਲ ਦਾ ਜਿਹੜਾ ਕੰਟੈਂਟ ਹੈ ਤੁਹਾਨੂੰ ਦਿੱਤਾ ਜਾਂਦਾ ਹੈ ਤਾਂ ਜਿਹੜਾ ਤੁਸੀਂ ਕੰਪੇਅਰ ਹੈ ਆਪਣਾ ਕਿਸੇ ਵੀ ਪੇਡ ਬੈਚ ਨਾਲ ਕਰਕੇ ਤੁਸੀਂ ਦੇਖ ਸਕਦੇ ਹੋ ਬਾਕੀ ਚੀਜ਼ ਜਿਹੜੀ ਰਹਿ ਜਾਂਦੀ ਹੈ ਤੁਸੀਂ ਇਹ ਜਿਹੜਾ ਕਲਾਸਿਸ ਨੂੰ ਬਾਰ-ਬਾਰ ਰਿਵਾਈਜ਼ ਜ਼ਰੂਰ ਕਰਨਾ ਹੈ ਜਿੰਨਾ ਵੀ ਕੰਟੈਂਟ ਤੁਹਾਨੂੰ ਕਰਵਾਇਆ ਜਾਂਦਾ ਹੈ ਉਹਨੂੰ ਰਿਵਾਈਜ਼ ਜ਼ਰੂਰ ਕਰਨਾ ਤਾਂ ਜੋ ਤੁਸੀਂ ਇਹ ਜਿਹੜਾ ਇਹਦਾ ਵੱਧ ਤੋਂ ਵੱਧ ਬੈਨੀਫਿਟ ਲੈ ਸਕੋ ਬਾਕੀ ਜੋ ਵੀ ਸਟੂਡੈਂਟ ਚੈਨਲ ਦੇ ਤੇ ਨਿਊ ਨੇ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਆਪਾਂ ਪਿੱਛੇ 27 ਕਲਾਸਿਸ ਜਿਹੜੀਆਂ ਇੰਗਲਿਸ਼ ਵੋਕੈਬ ਦੀਆਂ ਕਰ ਚੁੱਕੇ ਹਾਂ ਤੁਹਾਨੂੰ ਟ੍ਰਿਕਸ ਦੇ ਨਾਲ ਨਿਮੋਨਿਕਸ ਦੇ ਨਾਲ ਜਿਹੜੀ ਆਪਾਂ ਵੋਕੈਬ ਕਰਾਈਏ ਜੇ ਕਿਸੇ ਵੀ ਸਟੂਡੈਂਟ ਨੂੰ ਵੋਕੈਬ ਯਾਦ ਕਰਨੀ ਬਹੁਤ ਔਖੀ ਲੱਗਦੀ ਹੈ ਕਹਿ ਸਕਦੇ ਨਾ ਵੋਕੈਬ ਦਾ ਯਾਦ ਕਰਨਾ ਬੇਸਿਕਲੀ ਯਾਦ ਕਰਨਾ ਤਾਂ ਇੱਕ ਤਰੀਕੇ ਨਾਲ ਆਪਣੇ ਲਈ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਯਾਦ ਹੀ ਨਹੀਂ ਹੁੰਦੀ ਹੈ ਭੁੱਲ ਜਾਂਦੇ ਆ ਤਾਂ ਇਹਦੇ ਵਾਸਤੇ ਤੁਹਾਡੇ ਲਈ ਟ੍ਰਿਕਸ ਹੈ ਜਿਹੜੀਆਂ ਆਪਾਂ ਤਿਆਰ ਕਰਦੇ ਹਾਂ ਤਾਂ ਟ੍ਰਿਕਸ ਦੇ ਨਾਲ ਜਿਹੜਾ ਤੁਹਾਨੂੰ ਇੱਥੇ ਪ੍ਰੋਵਾਈਡ ਕਰਾਈ ਜਾਂਦੀ ਹੈ ਜਿੰਨੀ ਵੀ ਵੋਕੈਬ ਆਪਾਂ ਕਰਾਉਣੇ ਆ ਸੈਕਿੰਡ ਕਈ ਵਾਰ ਹੁੰਦਾ ਕੋਈ ਬੋਰਡ ਦੀ ਆਪਾਂ ਨੂੰ ਟ੍ਰਿਕ ਨਹੀਂ ਵੀ ਮਿਲਦੀ ਤਾਂ ਤੁਸੀਂ ਜਿਹੜਾ ਆਪਣੇ ਅਕੋਰਡਿੰਗ ਹੈ ਜਿਹੜਾ ਟ੍ਰਿਕ ਬਣਾ ਕੇ ਕਰ ਸਕਦੇ ਹੋ ਹਾਂਜੀ ਤਾਂ ਜਿਹੜੇ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਆਪਣਾ ਜਿਹੜਾ ਚੈਨਲ ਦੇ ਉੱਤੇ ਟੈਲੀਗ੍ਰਾਮ ਗਰੁੱਪ ਹੈਗਾ ਗਾ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉੱਥੋਂ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਉੱਥੇ ਮਿਲਦੀ ਹੈ ਕਲਾਸ ਨੋਟਸ ਹੈ ਜਿਹੜੇ YouTube ਸੈਸ਼ਨ ਦੇ ਉੱਤੇ ਹੋਣ ਵਾਲੇ ਹਰ ਇੱਕ ਜਿਹੜਾ ਹੈਗਾ ਸੈਸ਼ਨ ਉਹਦਾ ਕਲਾਸ ਨੋਟਸ ਹੈ ਜਿਹੜੇ PPT ਫਾਰਮਸ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਪ੍ਰੋਵਾਈਡ ਕਰਾਏ ਜਾਂਦੇ ਆ ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਵੀ ਕਲਾਸ ਆਪਣੇ ਕੋਲੇ ਅਪਲੋਡ ਹੁੰਦੀ ਹੈ YouTube ਤੇ ਉਹਦੀ ਨੋਟੀਫਿਕੇਸ਼ਨ ਵੀ ਹੈ ਜਿਹੜੀ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੁਹਾਨੂੰ ਸ਼ੇਅਰ ਕੀਤੀ ਜਾਂਦੀ ਹੈ ਲਾਸਟ ਮੋਸਟ ਇੰਪੋਰਟੈਂਟ ਥਿੰਗ ਹੈ ਜੀ ਤੁਹਾਡੇ ਕੋਲੇ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਹੋ ਉਹਦੇ ਲਈ ਪ੍ਰੀਵੀਅਸ ਕੁਐਸਚਨ ਲਗਾਉਣਾ ਕੰਪਲਸਰੀ ਹੁੰਦਾ ਹੈ ਇੰਪੋਰਟੈਂਟ ਹੁੰਦਾ ਹੈ ਫਿਰ ਹੀ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੈ ਤੇ ਉਸ ਵਾਸਤੇ ਤੁਹਾਡੇ ਲਈ ਜਿਹੜੇ ਕੁਇਜ਼ ਤੇ ਪੋਲਸ ਨੇ ਉਹ ਤਿਆਰ ਕੀਤੇ ਜਾਂਦੇ ਆ ਜੋ ਤੁਹਾਨੂੰ ਟੈਲੀਗ੍ਰਾਮ ਗਰੁੱਪ 'ਚ ਸ਼ੇਅਰ ਕੀਤੇ ਜਾਂਦੇ ਆ ਤੁਸੀਂ ਉਹਨਾਂ 'ਚ ਪਾਰਟਿਸਿਪੇਟ ਕਰਕੇ ਵੀ ਆਪਣੀ ਤਿਆਰੀ ਜਿਹੜੀ ਉਹ ਚੈੱਕ ਕਰ ਸਕਦੇ ਹੋ ਹਾਂਜੀ ਤਾਂ ਜਿਹੜਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਪਿੱਛੇ ਆਪਾਂ 27 ਕਲਾਸਿਸ ਕੀਤੀਆਂ ਅੱਜ ਤੁਹਾਡੀ ਜਿਹੜੀ ਕਲਾਸ ਹੋਏਗੀ 28 ਨੰਬਰ ਕਲਾਸ ਹੈ ਇੰਗਲਿਸ਼ ਵੋਕੈਬ ਦੀ ਡਿਸਕਸ ਕਰਾਂਗੇ ਨਵੇਂ ਵਰਡਸ ਵਨ ਵਰਡ ਸਬਸਟੀਟਿਊਸ਼ਨ ਈਡੀਅਮ ਫਰੇਜ਼ਸ ਇਸ ਤੋਂ ਇਲਾਵਾ ਤੁਹਾਡੇ ਕੋਲ ਅੱਜ ਇੱਕ ਕੁਐਸਚਨ ਵੀ ਹੋਏਗਾ ਅੱਜ ਦੀ ਕਲਾਸ ਦੇ ਵਿੱਚ ਇੱਕ ਛੋਟਾ ਜਿਹਾ ਕੁਐਸਚਨ ਤੁਹਾਨੂੰ ਦਿੱਤਾ ਜਾਏਗਾ ਲਾਸਟ ਵਿੱਚ ਜੋ ਤੁਸੀਂ ਸੋਲਵ ਕਰਨਾ ਹੋਏਗਾ ਉਹ ਹੋਏਗਾ ਤੁਹਾਡਾ ਜੀ ਆਪਣੇ ਕੋਲੇ ਪ੍ਰੈਪੋਜੀਸ਼ਨ ਨਾਲ ਫਿਕਸ ਪ੍ਰੈਪੋਜੀਸ਼ਨ ਨਾਲ ਰਿਲੇਟਡ ਹਾਂਜੀ ਤਾਂ ਉਹਦਾ ਜਿਹੜਾ ਆਨਸਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਤਾਂ ਹੁਣ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਵਨ ਵਰਡ ਸਬਸਟੀਟਿਊਸ਼ਨ ਦਾ ਟੌਪਿਕ ਹੈ ਜਿਹਨੂੰ ਆਪਾਂ ਅਨੇਕ ਸ਼ਬਦਾਂ ਦੀ ਥਾਂ ਇੱਕ ਸ਼ਬਦ ਵੀ ਕਹਿ ਦਿੰਦੇ ਆ ਫਰਸਟ ਫਰੇਜ਼ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਦੈਟ ਇਜ਼ ਲਵ ਫॉर ਡੌਗ ਤਾਂ ਹੁਣ ਕੀ ਹੁੰਦਾ ਹੈ ਆਪਣੇ ਕੋਲੇ ਕਿਸੇ ਵੀ ਚੀਜ਼ ਨੂੰ ਪਹਿਲਾਂ ਮੈਂ ਤੁਹਾਨੂੰ ਕਰਵਾਇਆ ਹੋਇਆ ਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਲਈ ਲਵ ਜਾਂ ਅਟਰੈਕਸ਼ਨ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਰੂਟ ਵਰਡ ਹੈ ਫਾਈਲ ਫਾਈਲ ਵਰਡ ਹੈ ਜਿਹੜਾ ਤੁਹਾਡੇ ਕੋਲ ਯੂਜ਼ ਕੀਤਾ ਜਾਂਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਵੱਲ ਅਟਰੈਕਸ਼ਨ ਜਾਂ ਫਿਰ ਲਵ ਦੀ ਗੱਲ ਕਰਦੇ ਹੋ ਹੁਣ ਇੱਥੇ ਤੁਹਾਡੇ ਕੋਲੇ ਕੀ ਗੱਲ ਕੀਤੀ ਜਾ ਰਹੀ ਹੈ ਲਵ ਫॉर ਡੌਗਸ ਹੁਣ ਡੌਗਸ ਦੇ ਵਾਸਤੇ ਤੁਹਾਡੇ ਕੋਲੇ ਵਰਡ ਆਏਗਾ ਜੀ ਕੈਨੋ ਤਾਂ ਕੈਨੋ ਵਰਡ ਤੁਸੀਂ ਯੂਜ਼ ਕਰੋਗੇ ਡੌਗ ਦੇ ਲਈ ਅੱਗੇ ਤੁਹਾਡੇ ਕੋਲੇ ਲਵ ਦੀ ਗੱਲ ਕੀਤੀ ਹੈ ਤਾਂ ਤੁਹਾਡੇ ਕੋਲੇ ਵਰਡ ਆ ਗਿਆ ਜੀ ਫਿਲੀਆ ਫਿਲੀਆ ਵਰਡ ਹੈ ਜਾਂ ਫਿਰ ਫਾਈਟ ਵਰਡ ਹੈ ਤਾਂ ਇਹ ਤੁਹਾਡੇ ਲਈ ਲਵ ਦੇ ਲਈ ਅਟਰੈਕਸ਼ਨ ਲਈ ਯੂਜ਼ ਕੀਤੇ ਜਾਂਦੇ ਆ ਸੈਕੰਡ ਤੁਸੀਂ ਡੌਗਸ ਵਾਸਤੇ ਯਾਦ ਰੱਖੋਗੇ ਤਾਂ ਡੌਗ ਲਈ ਯੂਜ਼ ਕੀਤਾ ਜਾਣਾ ਵਰਡ ਹੈ ਕੈਨੋ ਅੱਗੇ ਤੁਹਾਡੇ ਕੋਲ ਕੈਨੋ ਤੇ ਜੇ ਅਟਰੈਕਸ਼ਨ ਦੀ ਗੱਲ ਹੈ ਤਾਂ ਤੁਹਾਡੇ ਕੋਲ ਫਿਲੀਆ ਆ ਜਾਏਗਾ ਹੁਣ ਲਵ ਫॉर ਡੌਗਸ ਕੈਨੋ ਫਿਲੀਆ ਬਟ ਜੇ ਇੱਥੇ ਤੁਹਾਡੇ ਕੋਲੇ ਆ ਜਾਂਦਾ ਡਰ ਲੱਗਦਾ ਵੀ ਕਈ ਵਾਰ ਕਿਸੇ ਨੂੰ ਫੀਅਰ ਆਫ ਡੌਗਸ ਕਹਿ ਸਕਦੇ ਫੀਅਰ ਆਫ ਡੌਗਸ ਹੈ ਕਿਸੇ ਨੂੰ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਤਾਂ ਉਹਨੂੰ ਕੀ ਕਿਹਾ ਜਾਏਗਾ ਕੈਨੋਫੋਬੀਆ ਹੈਗਾ ਕੀ ਹੁੰਦਾ ਉਹਨੂੰ ਕੈਨੋਫੋਬੀਆ ਹੁੰਦਾ ਹੈ ਕੁੱਤਿਆਂ ਤੋਂ ਡਰ ਹੁੰਦਾ ਫੋਬੀਆ ਵਰਡ ਡਰ ਲਈ ਯੂਜ਼ ਕੀਤਾ ਜਾਂਦਾ ਤੇ ਫਾਈਟ ਜਾਂ ਫਿਲੀਆ ਵਰਡ ਤੁਹਾਡੇ ਲਈ ਲਵ ਲਈ ਯੂਜ਼ ਕੀਤਾ ਜਾਂਦਾ ਹੈ ਅਗਰ ਤੁਹਾਡੇ ਕੋਲ ਸੈਕੰਡ ਫਰੇਜ਼ ਦੈਟ ਇਜ਼ ਅ ਜੰਗ ਵਨ ਆਫ ਅ ਕਾਊ ਤਾਂ ਹੁਣ ਕਹਿ ਲਓ ਗਾਂ ਦਾ ਬੱਚਾ ਕਹਿ ਲਓ ਮੱਝ ਦਾ ਬੱਚਾ ਕਹਿ ਲਓ ਤਾਂ ਉਹਨੂੰ ਕੀ ਕਿਹਾ ਜਾਂਦਾ ਇੰਗਲਿਸ਼ ਵਿੱਚ ਆਪਾਂ ਉਹ ਕਹਿੰਦੇ ਆ ਕਾਫ ਵਰਡ ਯੂਜ਼ ਕੀਤਾ ਜਾਂਦਾ CALF ਅੱਗੇ ਜੀ ਤੁਹਾਡੇ ਕੋਲ ਥਰਡ ਫਰੇਜ਼ ਦੈਟ ਇਜ਼ ਹੈਵਿੰਗ ਐਨ ਐਕਸਟ੍ਰੀਮ ਡਿਜ਼ਾਇਰ ਫॉर ਵੈਲਥ ਤਾਂ ਆਪਾਂ ਕਹਿੰਦੇ ਨਾ ਹੁੰਦੇ ਵੀ ਕੋਈ ਪਰਸਨ ਜਿਹੜਾ ਕਿ ਬਹੁਤ ਜ਼ਿਆਦਾ ਉਹਨੂੰ ਇੱਛਾ ਹੁੰਦੀ ਹੈ ਵੀ ਮੇਰੇ ਕੋਲ ਵੱਧ ਤੋਂ ਵੱਧ ਪੈਸਾ ਹੋਵੇ ਵੱਧ ਤੋਂ ਵੱਧ ਮੈਂ ਕਹਿ ਲਓ ਧਨਾੜ ਹੋਵਾਂ ਅਮੀਰ ਹੋਵਾਂ ਤਾਂ ਐਕਸਟ੍ਰੀਮ ਡਿਜ਼ਾਇਰ ਫॉर ਵੈਲਥ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਜੇ ਵਰਡ ਤੁਹਾਡੇ ਕੋਲ ਅਵਰੀਸ਼ੀਅਸ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਤੇ ਆਪਾਂ ਕਹਿੰਦੇ ਨਾ ਜਿਵੇਂ ਹੁਣ ਆਪਣਾ ਇੱਥੋਂ ਤੁਸੀਂ ਯਾਦ ਕਿਵੇਂ ਕਰੋਗੇ ਨਾ ਐਕਸਟ੍ਰੀਮ ਡਿਜ਼ਾਇਰ ਹੈ ਤੁਹਾਡੀ ਇੱਛਾ ਕਾਦੀ ਵੈਲਥ ਦੀ ਤਾਂ ਹੁਣ ਆਪਣੇ ਕੋਲ ਕਹਿ ਲਓ ਪੈਸੇ ਹੁੰਦੇ ਆ ਪੈਸਿਆਂ ਨੂੰ ਆਪਾਂ ਕੀ ਕਹਿੰਦੇ ਆ ਜਾਓ ਨਾ ਵੀ ਆਉਦੇ ਰਹੋ ਬਸ ਆਓ ਕਰੀ ਜਾਓ ਆਪਾਂ ਹਨਾ ਤਾਂ ਅਵਰੀਸ਼ੀਅਸ ਤੁਸੀਂ ਇੱਥੋਂ ਯਾਦ ਕਰ ਸਕਦੇ ਹੋ ਜਦੋਂ ਪੈਸਿਆਂ ਨੂੰ ਕੀ ਕਰਦੇ ਆ ਵੀ ਆਓ ਨਾ ਸਾਡੇ ਕੋਲੇ ਆਓ ਸੋ ਅਵਰੀਸ਼ੀਅਸ ਵਰਡ ਜਿਹੜਾ ਯੂਜ਼ ਕੀਤਾ ਜਾਏਗਾ ਵਨ ਵਰਡ ਸਬਸਟੀਟਿਊਸ਼ਨ ਅੱਗੇ ਤੁਹਾਡੇ ਕੋਲੇ ਵਰਡ ਅ ਲਾਰਜ ਸਿੰਗਲ ਡਿਟੈਚਡ ਹਾਊਸ ਵਿਦ ਸਿੰਗਲ ਔਰ ਡਬਲ ਸਟੋਰੀ ਤਾਂ ਹੁਣ ਆਪਣੇ ਕੋਲ ਕੀ ਹੁੰਦਾ ਇੱਕ ਤਾਂ ਹੁੰਦਾ ਆਪਣੇ ਕੋਲ ਸਿੰਪਲ ਆਪਾਂ ਘਰ ਬਣਾਇਆ ਹੋਇਆ ਜਿਹਨੂੰ ਆਪਾਂ ਫਲੈਟ ਵਗੈਰਾ ਕਹਿੰਦੇ ਆ ਸੈਕਿੰਡ ਤੁਹਾਡੇ ਕੋਲ ਇੱਕ ਲਾਰਜ ਹੈਗਾ ਲਾਰਜ ਹਾਊਸ ਹੈ ਸਿੰਗਲ ਹੈ ਤੇ ਡਿਟੈਚਡ ਹਾਊਸ ਹੈ
ਸਿੰਗਲ ਔਰ ਡਬਲ ਸਟੋਰੀ ਦਾ, ਆਪਣੇ ਕੋਲ ਇੱਕ ਮੰਜ਼ਿਲ ਦਾ ਜਾਂ ਫਿਰ ਡਬਲ ਮੰਜ਼ਿਲ ਦਾ ਜਿਹੜਾ ਤੁਹਾਡੇ ਕੋਲ ਹੋ ਸਕਦਾ ਹੈ। ਤੇ ਕਹਿ ਲਓ ਤੁਹਾਡੇ ਕੋਲ ਇੱਕ ਲਾਰਜ ਸਿੰਗਲ ਡਿਟੈਚਡ ਹਾਊਸ ਹੈ, ਵੀ ਇੱਕੋ ਹੀ ਹਾਊਸ ਹੈ, ਡਿਟੈਚ ਕੀਤਾ ਹੋਇਆ ਕਿਸੇ ਹੋਰ ਚੀਜ਼, ਕਹਿ ਲਓ ਕਿਸੇ ਬੰਗਲੋ ਘਰ ਦੇ ਨਾਲ ਨਹੀਂ ਜੁੜਿਆ ਹੋਇਆ, ਤੁਹਾਨੂੰ ਕੀ ਕਿਹਾ ਜਾਂਦਾ, ਤੁਹਾਡੇ ਕੋਲ ਬੰਗਲੋ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰ ਲੈਂਦੇ ਹੋ। ਸੋ ਅਪਾਰਟਮੈਂਟ ਵਰਡ ਵੀ ਤੁਹਾਡੇ ਕੋਲ ਰਹਿਣ ਲਈ ਯੂਜ਼ ਕੀਤਾ ਜਾਂਦਾ। ਇਹਨਾਂ ਦੇ ਵਿੱਚ ਕਨਫਿਊਜ਼ਨ ਕਾਫੀ ਵਾਰ ਹੋ ਜਾਂਦੀ ਹੈ, ਬੰਗਲੋ ਕੀ ਹੈ, ਅਪਾਰਟਮੈਂਟ ਕੀ ਹੈ, ਫਲੈਟ ਕਿਹਨੂੰ ਕਿਹਾ ਜਾਂਦਾ ਹੈ, ਤਾਂ ਇਹਨਾਂ ਦੇ ਵਿੱਚ ਜਿਹੜਾ ਤੁਸੀਂ ਕਨਫਿਊਜ਼ ਨਹੀਂ ਹੋਣਾ। ਸੋ ਜੇ ਲਾਰਜ ਸਿੰਗਲ ਡਿਟੈਚਡ ਹਾਊਸ ਦੀ ਗੱਲ ਕੀਤੀ ਜਾਂਦੀ ਹੈ, ਸਿੰਗਲ ਔਰ ਡਬਲ ਸਟੋਰੀ ਵਾਲਾ ਹੈ, ਤੁਸੀਂ ਉਹਦੇ ਵਾਸਤੇ ਬੰਗਲੋ ਹੈ ਜਿਹੜਾ ਯੂਜ਼ ਕਰੋਗੇ। ਅੱਗੇ ਜੀ ਤੁਹਾਡੇ ਕੋਲ 5 ਨੰਬਰ ਫਰੇਜ਼ ਦੈਟ ਇਜ਼ ਅ ਰੂਲ ਪ੍ਰਿੰਸੀਪਲ ਦੈਟ ਮੋਸਟ ਪੀਪਲ ਬਿਲੀਵ ਟੂ ਬੀ ਟਰੂ। ਤਾਂ ਹੁਣ ਆ ਤੁਸੀਂ ਮੈਥ ਵਗੈਰਾ ਦੇ ਵਿੱਚ ਥਿਊਰਮ ਵਗੈਰਾ ਦੇਖਿਆ ਹੋਣਗੀਆਂ ਨਾ, ਤਾਂ ਆਪਣੇ ਕੋਲ ਕੀ ਹੁੰਦੇ ਆ, ਥਿਊਰਮਸ ਹੁੰਦੀਆਂ ਨੇ, ਉਹ ਜਿਹੜੀਆਂ ਹੈਗੀਆਂ ਆਪਣੇ ਕੋਲ ਪ੍ਰੂਫ ਕੀਤੀਆਂ ਹੋਈਆਂ ਹੁੰਦੀਆਂ, ਤਾਂ ਆਪਾਂ ਉਹਨਾਂ ਨੂੰ ਸੱਚ ਮੰਨ ਲੈਂਦੇ ਆ ਵੀ ਮਤਲਬ ਹਾਂ ਇਹ ਚੀਜ਼ ਹੈਗੀ ਤਾਂ ਇਹ ਸਹੀ ਹੋਊਗਾ ਹਨਾ। ਸਾਰਾ ਜਿਹੜਾ ਰਿਜ਼ਲਟ ਕੱਢਿਆ ਹੁੰਦਾ ਆਪਾਂ ਉਸ ਨੂੰ ਐਜ਼ ਇਟ ਇਜ਼ ਆ ਜਿਹੜਾ ਆਪਾਂ ਕਾਪੀ ਕਰ ਲੈਂਦੇ ਆ। ਤਾਂ ਉਹੀ ਚੀਜ਼ ਜਿਹੜੀ ਕਿ ਤੁਹਾਡੇ ਕੋਲ ਪਹਿਲਾਂ ਤੋਂ ਹੀ ਪ੍ਰੂਫ ਕੀਤੀ ਹੋਈ ਹੈ, ਔਰ ਰੂਲ ਪ੍ਰਿੰਸੀਪਲ ਦੈਟ ਮੋਸਟ ਪੀਪਲ ਬਿਲੀਵ ਟੂ ਬੀ ਟਰੂ, ਮਤਲਬ ਜਿਹੜੇ ਲੋਕ ਹੈ ਜਿਹੜੇ ਉਹਨੂੰ ਸਮਝਦੇ ਵੀ ਇਹ ਸਹੀ ਹੈ, ਤਾਂ ਉਹਨੂੰ ਕੀ ਕਿਹਾ ਜਾਂਦਾ ਜੀ, ਐਕਸੀਅਮ ਵਰਡ ਹੈ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ। ਸੋ ਐਕਸੀਅਮ ਦਾ ਮਤਲਬ ਹੁੰਦਾ ਤੁਹਾਡੇ ਕੋਲ ਇਹੋ ਜਿਹਾ ਕੋਈ ਰੂਲ ਜਿਹੜਾ ਕਿ ਪੀਪਲ ਬਿਲੀਵ ਕਰਦੇ ਆ ਕਿ ਉਹ ਸਹੀ ਹੋਏਗਾ। ਸੋ ਮੈਥ ਦੀਆਂ ਤੁਹਾਡੇ ਕੋਲ ਥਿਊਰਮਸ ਹੁੰਦੀਆਂ ਨੇ, ਉਹ ਵੀ ਐਕਸੀਅਮਸ ਹੀ ਹੁੰਦੇ ਆ, ਤਾਂ ਇਹ ਚੀਜ਼ਾਂ ਜਿਹੜੀ ਤੁਸੀਂ ਇਹਨੂੰ ਧਿਆਨ ਨਾਲ ਯਾਦ ਕਰ ਸਕਦੇ ਹੋ। ਨੈਕਸਟ ਹੈ ਜੀ ਤੁਹਾਡੇ ਕੋਲ ਵਰਡ ਅ ਗਰੁੱਪ ਆਫ ਗਰਲਸ ਬॉयਜ਼ ਬਲਾਈਂਡਸ ਐਟਸੈਟਰਾ। ਤਾਂ ਹੁਣ ਆਪਾਂ ਗਰੁੱਪ ਨੂੰ ਕੀ ਕਹਿਣਾ ਹੈ, ਬੇਸਿਕਲੀ ਤੁਸੀਂ ਕਹੋ ਜੇ ਗਰਲ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਉਹਦੇ ਵਾਸਤੇ ਵਰਡ ਆਪਾਂ ਬੇਬੀ ਕਹਿੰਦੇ ਨਾ, ਬੇਬੀ ਵਰਡ ਆਪਾਂ ਯੂਜ਼ ਕਰਦੇ ਜਿਹਨੂੰ ਜਿਹਨੂੰ ਬੇਬੀ ਕਿਆ ਕਰ ਰਹੇ ਹੋ। ਉਹੀ ਸੇਮ ਚੀਜ਼ ਤੁਹਾਡੇ ਕੋਲ ਗਰੁੱਪ ਆਫ ਗਰਲਸ ਬॉयਜ਼ ਬਲਾਈਂਡਸ ਔਰ ਐਟਸੈਟਰਾ, ਇਹਦੇ ਵਾਸਤੇ ਤੁਸੀਂ ਕੀ ਯੂਜ਼ ਕਰੋਗੇ, ਵਰਡ ਬੀ ਵੀ ਯੂਜ਼ ਕਰੋਗੇ। ਹੁਣ ਇਹ ਬੇਬੀ ਨਹੀਂ ਹੋਏਗਾ, ਇਹ ਵਾਲੀ ਬੀ ਤੁਹਾਡੇ ਕੋਲ ਦੂਸਰੀ ਹੋ ਜਾਏਗੀ, ਫਰੈਂਡ ਵਾਲੀ ਬੀ ਤੁਸੀਂ ਜਿਹੜੀ ਯੂਜ਼ ਕਰੋਗੇ ਇੱਥੇ ਤੁਹਾਡੇ ਕੋਲ ਬੀ ਵੀ ਆਏਗਾ। ਹਾਂਜੀ, a group of girls, boys, blinds, etc. is called VB। ਤਾਂ ਇਹ ਅਸੀਂ ਤੁਸੀਂ ਯਾਦ ਰੱਖਣੇ ਆ। 6 phrases ਆਪਾਂ ਅੱਜ ਦੀ ਕਲਾਸ ਵਿੱਚ ਡਿਸਕਸ ਕੀਤੇ, ਲੈਣੇ ਇੱਕ ਵਾਰ ਕੋਈ ਰਿਵੀਜ਼ਨ ਦੇਣਾ ਆਪਾਂ ਜਿਹੜੀਆਂ phrases ਕਰਾਂਗੇ। ਦੇਖੋ ਜੀ, ਫਰਸਟ ਸੀ ਆਪਣੇ ਕੋਲੇ love for dogs, ਯਾਨੀ ਕਿ ਕਿਹਾ ਜਾਂਦਾ ਹੈ ਡੌਗਸ ਦੇ ਲਈ ਲਵ ਹੈ ਤਾਂ ਕੈਨੋਫੀਲੀਆ। ਨੈਕਸਟ ਹੈ a young one of a cow is called calf। Next is having an extreme desire for wealth is called avaricious। Next is a single detached house with single or double story is called bungalow। Next अपने को phrase है जी, a rule principle that most people believe to be true is called axiom। And the last phrase is a group of girls, boys, blinds, etc. is called theory। I hope ਤੁਹਾਨੂੰ 6 phrases जो ਆਪਾਂ डिस्कस ਕੀਤੇ, कैनोफिलिया वर्ड देखा, कैनोफिलिया तो इलावा ਤੁਹਾਨੂੰ कैनोफोबिया भी करवाया, साफ हो गया ਤੁਹਾਡੇ ਕੋਲ, avaricious हो गया, bungalow हो गया, axiom and the last word is theory। ਇਹ ਜਿਹੜੇ clear ਹੋ ਗਏ ਹੋਣਗੇ। ਅੱਗੇ ਜੀ ਦੇਖਦੇ ਹਾਂ ਆਪਾਂ idiom phrases ਦਾ ਟੌਪਿਕ, that is ਮੁਹਾਵਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਹੁਣ ਮੁਹਾਵਰੇ ਦੇਖਾਂਗੇ, ਪ੍ਰੋਵਰਬਸ ਹੁੰਦੀਆਂ ਤੁਹਾਡੇ ਕੋਲ, ਅਖਾਣ ਹੁੰਦੇ ਆ, ਉਹਨਾਂ ਨੂੰ ਦੇਖਾਂਗੇ। ਦੇਖੋ ਫਰਸਟ ਫਰੇਜ਼ ਹੈ ਜੀ ਆਪਣੇ ਕੋਲੇ ਟੂ ਸਿਟ ਐਟ ਦ ਫੀਟ ਆਫ ਸਾਂਬਾ। ਹੁਣ ਫॉर एग्जांपल ਦੇਖੋ ਤੁਹਾਡੇ ਕੋਲੇ ਤੁਹਾਡਾ ਕੋਈ ਗੁਰੂ ਹੈ, ਪਹਿਲਾਂ ਵਾਲੇ ਟਾਈਮ ਸਟਾਈਲ ਹੁੰਦਾ ਸੀ ਨਾ ਵੀ ਗੁਰੂ ਹੁੰਦਾ ਸੀ ਜਿਹੜਾ ਆਪਾਂ ਕਹ ਲਓ ਉੱਪਰਲੀ ਥੋੜੀ ਜਿਹੀ ਪਦਵੀ ਉਹਦੀ ਉੱਚੀ ਹੁੰਦੀ ਰੱਖੀ ਜਾਂਦੀ ਸੀ, ਉਹਦੀ ਕੁਰਸੀ ਵਗੈਰਾ ਹੁੰਦੀ ਸੀ, ਉੱਪਰਲੀ ਥਾਂ ਦੇ ਉੱਤੇ ਹੁੰਦੀ ਸੀ, ਤੇ ਬੱਚੇ ਸੀ ਜਿਹੜੇ ਨੀਚੇ ਬੈਠ ਕੇ ਜਿਹੜਾ ਉਹ ਤੋਂ ਸਿੱਖਿਆ ਲੈਂਦੇ ਸੀ। ਬਟ ਅੱਜ ਦੇ ਟਾਈਮ ਦੇ ਵਿੱਚ ਗੁਰੂ ਹੈ ਜਿਹੜਾ ਤੁਰ ਫਿਰ ਕੇ ਪੜ੍ਹਾ ਰਿਹਾ ਹੁੰਦਾ, ਤੇ ਬੱਚੇ ਆ ਜਿਹੜੇ ਅੱਗੇ ਬੈਠ ਕੇ ਪੜ੍ਹ ਰਹੇ ਹੁੰਦੇ ਆ। ਪਰ ਉਹ ਜਿਹੜਾ ਉਸ ਥੋੜਾ ਜਿਹਾ ਕਹ ਲਓ ਪਿਛਲੇ ਟਾਈਮ ਨਾਲ ਆਪਾਂ ਰਿਲੇਟ ਕਰਾਂਗੇ ਕਿ ਟੂ ਸਿਟ ਐਟ ਦ ਫੀਟ ਆਫ ਸਮਵਨ, ਮਤਲਬ ਕਿ ਹੋਵੇ ਤੁਸੀਂ ਕਿਸੇ ਦੇ ਡਿਸਾਈਪਲ ਹੋ, ਕਿਸੇ ਦੇ ਕੀ ਬਣੇ ਹੋਏ ਹੋ, ਚੇਲੇ ਬਣੇ ਹੋਏ ਹੋ। ਸੋ ਟੂ ਅਟੈਂਡ ਅਪਨ ਐਜ਼ ਸਮਵਨਸ ਡਿਸਾਈਪਲ, ਤਾਂ ਕਿਸੇ ਨੂੰ ਅਟੈਂਡ ਕਰਨਾ ਕਿਵੇਂ, ਕਿਵੇਂ ਤੁਸੀਂ ਉਹਦੇ ਚੇਲੇ ਹੋ, ਤੇ ਕਿਸੇ ਦੀਆਂ ਸਿੱਖਿਆਵਾਂ ਨੂੰ ਲੈਣਾ ਉਹਦਾ ਚੇਲਾ ਬਣ ਕੇ। ਤਾਂ ਇਹਦੇ ਵਾਸਤੇ ਤੁਹਾਡੇ ਕੋਲ ਫਰੇਜ਼ ਹੋਏਗਾ ਟੂ ਸਿਟ ਐਟ ਦ ਫੀਟ ਆਫ ਸਮਵਨ। ਨੈਕਸਟ ਹੈ ਜੀ ਤੁਹਾਡੇ ਕੋਲ ਫਰੇਜ਼ ਟੂ ਪਲੇ ਸੈਕੰਡ ਫਿਡਰ। ਟੂ ਪਲੇ ਸੈਕੰਡ ਫਿਡਰ ਤਾਂ ਇਹ ਯੂਜ਼ ਕੀਤਾ ਜਾਂਦਾ ਹੈ ਜੀ, ਕਹਿ ਲਓ ਤੁਸੀਂ ਵੀ ਇੱਕ ਤਾਂ ਹੁੰਦਾ ਤੁਹਾਡੇ ਕੋਲ ਹਰ ਇੱਕ ਚੀਜ਼ ਦੇ ਵਿੱਚ ਇੱਕ ਤਾਂ ਇੰਪੋਰਟੈਂਟ ਪ੍ਰੋਪੋਰਸ਼ਨ ਹੁੰਦਾ, ਕੋਈ ਪਰਸਨ ਜ਼ਿਆਦਾ ਕਹਿ ਲਓ ਕਿਸੇ ਚੀਜ਼ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਹੁੰਦਾ, ਤੇ ਇੱਕ ਹੁੰਦਾ ਥੋੜਾ ਜਿਹਾ ਕਹਿ ਲਓ ਸੈਕਿੰਡ ਨੰਬਰ ਦੇ ਉੱਤੇ ਆ ਜਾਂਦਾ ਹੈ। ਤਾਂ ਟੂ ਪਲੇ ਸੈਕੰਡ ਫਿਡਰ ਤੁਸੀਂ ਇੱਥੇ ਹੀ ਬਣਾ ਲੈਣਾ, ਸੈਕਿੰਡ ਨੰਬਰ ਹੈ ਜਿਹੜਾ ਤੁਹਾਨੂੰ ਮਿਲ ਰਿਹਾ ਖੇਡਣ ਦਾ, ਮਤਲਬ ਤੁਸੀਂ ਥੋੜੇ ਜਿਹਾ ਘੱਟ ਇੰਪੋਰਟੈਂਟ ਹੋ। ਟੂ ਟੇਕ ਟੇਕ ਅ ਸੁਬੋਰਡੀਨੇਟ ਰੋਲ, ਜਾਂ ਤੁਸੀਂ ਕਹਿ ਲਓ ਸੈਕਿੰਡ ਰੋਲ ਹੈ ਜਿਹੜਾ ਤੁਹਾਨੂੰ ਮਿਲ ਰਿਹਾ, ਤਾਂ ਇੱਥੇ ਜਿਹੜਾ ਤੁਸੀਂ ਯਾਦ ਕਰ ਸਕਦੇ ਹੋ ਟੂ ਪਲੇ ਸੈਕਿੰਡ ਫਿਡਰ, ਮਤਲਬ ਤੁਹਾਨੂੰ ਸੈਕਿੰਡ ਪੋਜੀਸ਼ਨ ਹੈ ਜਿਹੜੀ ਮਿਲ ਰਹੀ ਹੈ ਖੇਡਣ ਵਾਸਤੇ, ਪਹਿਲੀ ਪੋਜੀਸ਼ਨ ਜਿਹੜੀ ਕਿਸੇ ਇੰਪੋਰਟੈਂਟ ਪਰਸਨ ਨੂੰ ਦਿੱਤੀ ਜਾਏਗੀ, ਤਾਂ ਜਿਹੜਾ ਵਧੀਆ ਖੇਡਦਾ ਤੁਸੀਂ ਸੈਕਿੰਡ ਆਏ, ਮਤਲਬ ਤੁਸੀਂ ਥੋੜਾ ਜਿਹਾ ਕਹਿ ਲਓ ਉਹਦੇ ਨਾਲ ਘੱਟ ਵਧੀਆ ਹੋ। ਸੋ ਟੇਕ ਅ ਸੁਬੋਰਡੀਨੇਟ ਰੋਲ ਹੈ ਜਿਹੜਾ ਇੱਥੇ ਤੁਸੀਂ ਰਿਲੇਟ ਕਰਕੇ ਯਾਦ ਕਰ ਸਕਦੇ ਹੋ। ਅੱਗੇ ਜੀ ਤੁਹਾਡੇ ਕੋਲ ਫਰੇਜ਼ ਦੈਟ ਇਜ਼ ਟੂ ਪਿਕ ਸਮਵਨਸ ਪॉकेट। ਹੁਣ ਇਹ ਤੁਸੀਂ ਕਾਫੀ ਵਾਰ ਸੁਣਿਆ ਹੋਣਾਗਾ ਇਡੀਅਮ ਤੁਹਾਡੇ ਕੋਲੇ ਟੂ ਪਿਕ ਸਮਵਨਸ ਪॉकेट ਦਾ ਮਤਲਬ, ਕਿ ਪॉकेट ਦਾ ਮਤਲਬ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਜੇਬ ਹੁੰਦਾ, ਪਿਕ ਸਮਵਨਸ ਪॉकेट ਦਾ ਮੀਨਿੰਗ ਹੋ ਜਾਏਗਾ ਤੁਹਾਡੇ ਕੋਲੇ ਜਦੋਂ ਕਿਸੇ ਦੀ ਚੋਰੀ ਕੀਤੀ ਜਾਂਦੀ ਹੈ, ਜੇਬ ਦੇ ਵਿੱਚ ਕੁਛ ਨਾ ਕੁਛ ਚੁਰਾਇਆ ਜਾਂਦਾ, ਤਾਂ ਉੱਥੇ ਤੁਹਾਡੇ ਕੋਲੇ ਯੂਜ਼ ਕੀਤਾ ਜਾਂਦਾ ਫਰੇਜ਼ ਟੂ ਪਿਕ ਸਮਵਨਸ ਪॉकेट। ਜਿਵੇਂ ਤੁਹਾਡੇ ਕੋਲੇ ਮੀਨਿੰਗ ਲਿਖਿਆ ਹੋਇਆ ਹੈ ਟੂ ਸਟੀਲ, ਸਟੀਲ ਦਾ ਮਤਲਬ ਹੁੰਦਾ ਚੋਰੀ ਕਰਨਾ, ਸਮਥਿੰਗ ਫਰॉम द पॉकेट, ਤਾਂ ਕੋਈ ਚੀਜ਼ ਜਿਹੜੀ ਕਿ ਪॉकेट ਦੇ ਵਿੱਚ ਚੋਰੀ ਕੀਤੀ ਜਾਂਦੀ ਹੈ ਉਹਦੇ ਵਾਸਤੇ ਫਰੇਜ਼ ਆ ਜਾਂਦੀ ਹੈ ਤੁਹਾਡੇ ਕੋਲੇ ਟੂ ਪਿਕ ਸਮਵਨਸ पॉकेट। नेक्स्ट फ्रेज है ਤੁਹਾਡੇ ਕੋਲੇ टू पैडल वंस ओन कैनो। टू पैडल वंस ओन कैनो, तो बेसिकली देखा जावे पैडल वर्ड ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪੈਡਲ ਜਿਵੇਂ ਆਪਣੇ ਕੋਲ ਸਾਈਕਲ ਦੇ ਪੈਡਲ ਹੁੰਦੇ ਆ ਨਾ, ਤਾਂ ਉੱਥੋਂ ਤੁਸੀਂ ਬਣਾ ਲੈਣਾ। ਅਤੇ ਕੈਨੋ ਦਾ ਮਤਲਬ ਹੁੰਦਾ ਤੁਹਾਡੇ ਕੋਲ ਕਿਸ਼ਤੀ ਹੁੰਦਾ।
ਕੈਨੋ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਕਿਸ਼ਤੀ ਹੁੰਦਾ ਹੈ। ਹੁਣ ਦੇਖੋ ਪੈਡਲ ਵਨਸ ਓਨ ਕੈਨੋ ਦਾ ਮਤਲਬ ਕਿ ਤੁਸੀਂ ਕਿਸੇ ਕਹ ਲਓ ਜਿਹੜਾ ਕਿਸ਼ਤੀ ਚਲਾਉਣ ਵਾਲਾ ਹੁੰਦਾ ਹੈ, ਉਹਦੀ ਹੈਲਪ ਨਹੀਂ ਲੈ ਰਹੇ, ਤੁਸੀਂ ਆਪਣੇ ਆਪ ਹੈ ਜਿਹੜੇ ਕਿਸ਼ਤੀ ਨੂੰ ਚਲਾ ਰਹੇ ਹੋ। ਇਟ ਮੀਨਸ ਤੁਸੀਂ ਜਿਹੜਾ ਆਪਣੇ ਆਪ ਕੰਮ ਕਰ ਰਹੇ ਹੋ, ਇੰਡੀਪੈਂਡੈਂਟਲੀ ਵਰਕ ਕਰ ਰਹੇ ਹੋ। ਸੋ ਟੂ ਵਰਕ ਇੰਡੀਪੈਂਡੈਂਟਲੀ ਮੀਨਿੰਗ ਹੋਏਗਾ ਟੂ ਪੈਡਲ ਵਨਸ ਓਨ ਕੈਨੋ। ਬੇਸਿਕਲੀ ਇਹ ਤੁਸੀਂ ਦੇਖਿਆ ਹੋਣਾ ਬਿਜ਼ਨਸ ਵਗੈਰਾ ਦੇ ਵਿੱਚ, ਜਦੋਂ ਕਹਿ ਲਓ ਪਹਿਲਾਂ ਤਾਂ ਤੁਸੀਂ ਕਹਿ ਲਓ ਕਿਸੇ ਨਾਲ ਜੁਆਇਨ ਹੋ ਕੇ ਕੋਈ ਬਿਜ਼ਨਸ ਕਰ ਰਹੇ ਹੋ, ਐਸੋਸੀਏਸ਼ਨ ਦੇ ਵਿੱਚ ਬਿਜ਼ਨਸ ਕਰ ਰਹੇ ਹੋ, ਬਟ ਹੌਲੀ ਹੌਲੀ ਜਿਹੜਾ ਤੁਸੀਂ ਕਹਿ ਲਓ ਅਲੱਗ ਤੋਂ ਆਪਣਾ ਬਿਜ਼ਨਸ ਸਟਾਰਟ ਕਰ ਰਹੇ ਹੋ, ਤਾਂ ਉੱਥੇ ਤੁਹਾਡੇ ਕੋਲ use ਕੀਤਾ ਜਾ ਸਕਦਾ ਇਡੀਅਮ ਟੂ ਪੈਡਲ ਵਨਸ ਓਨ ਕੈਨੋ। ਮੀਨਿੰਗ ਹੁੰਦਾ ਤੁਹਾਡੇ ਕੋਲ ਟੂ ਵਰਕ ਇੰਡੀਪੈਂਡੈਂਟਲੀ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਹਾਂਜੀ, ਤਾਂ ਨੈਕਸਟ ਹੈ ਤੁਹਾਡੇ ਕੋਲ 5 ਨੰਬਰ ਪੇਜ, ਦੈਟ ਇਜ਼ ਟੂ ਪੋਰ oil in the troubled water। ਟੂ ਪੋਰ oil in troubled water, ਤਾਂ ਆਪਾਂ ਨਹੀਂ ਕਹਿੰਦੇ ਹੁੰਦੇ ਵੀ ਜਦੋਂ ਕੋਈ ਚੀਜ਼ ਬਾਹਲੀ ਜ਼ਿਆਦਾ ਕਹਿ ਲਓ ਭੜਕੀ ਹੋਈ ਹੈ ਤਾਂ ਉਹਨੂੰ ਥੋੜਾ ਜਿਹਾ ਸ਼ਾਂਤ ਕਰਨ ਦੇ ਵਾਸਤੇ ਤੁਸੀਂ ਯੂਜ਼ ਕਰਨਾ ਹੈ। ਸੋ ਟੂ ਪੋਰ oil in troubled water, ਤਾਂ ਇਹ ਚੀਜ਼ ਬੇਸਿਕਲੀ ਤੁਸੀਂ ਐਵੇਂ ਲੈ ਸਕਦੇ ਹੋ ਵੀ ਕੋਈ ਚੀਜ਼ ਆ ਜਿਹੜੀ ਚੱਲ ਨਹੀਂ ਰਹੀ ਤਾਂ ਥੋੜਾ ਜਿਹਾ ਤੇਲ ਲਾ ਦਾਂਗੇ ਤਾਂ ਉਹ ਸਹੀ ਤਰੀਕੇ ਨਾਲ ਸਹੀ ਹੋ ਜਾਂਦੀ ਹੈ। ਸੋ ਟਰਬਲਡ ਵਾਟਰ ਦੇ ਵਿੱਚ oil ਪਾਉਣਾ, ਇਟ ਮੀਨਸ ਕਿਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ। ਟੂ ਕਾਮ ਅ ਡਿਸਪਿਊਟ, ਡਿਸਪਿਊਟ ਦਾ ਹੁੰਦਾ ਵਿਵਾਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ, ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ। ਸੋ ਫਰੇਜ਼ ਆ ਤੁਹਾਡੇ ਕੋਲ ਟੂ ਪੋਰ oil in troubled water, meaning is to calm a dispute। ਹਾਂਜੀ, ਅੱਗੇ ਤੁਹਾਡੇ ਕੋਲੇ ਫਰੇਜ਼ ਦੈਟ ਇਜ਼ ਟੂ ਮੀਟ ਵਨਸ ਬਟਰ ਨੂੰ। ਟੂ ਮੀਟ ਵਨਸ ਬਟਰ ਨੂੰ, ਇਹਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਜਦੋਂ ਤੁਸੀਂ ਹਾਰ ਜਾਂਦੇ ਹੋ ਕਿਸੇ ਚੀਜ਼ ਦੇ ਵਿੱਚ, ਤਾਂ ਉੱਥੇ ਤੁਸੀਂ ਇਹ ਇਡੀਅਮ ਯੂਜ਼ ਕਰੋਗੇ ਟੂ ਮੀਟ ਵਨਸ ਬਟਰ ਨੂੰ। To experience defeat, to be defeated by someone who is too strong for you। ਤਾਂ ਇਹੋ ਜਿਹਾ ਪਰਸਨ ਜਿਹੜਾ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਤਾਕਤਵਰ ਹੈ, ਤੁਸੀਂ ਉਹਦੇ ਤੋਂ ਹਾਰ ਰਹੇ ਹੋ, ਜਾਂ ਫਿਰ ਤੁਹਾਡੇ ਕੋਲ ਕਹਿ ਲਓ ਤੁਸੀਂ ਹਾਰ ਜਿਹੜੀ ਹੈਗੀ ਐਕਸਪੀਰੀਅੰਸ ਕਰ ਰਹੇ ਹੋ, ਤੁਹਾਡੀ ਹਾਰ ਹੋ ਰਹੀ ਹੈ, ਤਾਂ ਉੱਥੇ ਵੀ ਤੁਹਾਡਾ ਇਹ ਫਰੇਜ਼ ਯੂਜ਼ ਕੀਤਾ ਜਾਏਗਾ। ਆਈ ਹੋਪ ਕਨਸੈਪਟ ਕਲੀਅਰ ਹੋ ਗਏ ਹੋਣਗੇ। ਇਡੀਅਮ ਫਰੇਜ਼ਸ ਜਿੰਨੇ ਵੀ ਆਪਾਂ ਕੀਤੇ, 6 ਫਰੇਜ਼ਸ ਤੁਹਾਨੂੰ ਡਿਸਕਸ ਕੀਤੇ ਹੈਗੇ ਅੱਜ ਦੀ ਕਲਾਸ ਦੇ ਵਿੱਚ। ਆਪਾਂ ਜਿਹੜੇ ਹੈਗੇ ਇਹਨਾਂ ਨੂੰ ਕੋਈ ਰਿਵੀਜ਼ਨ ਲੈਣਾ, ਦੈਨ ਆਪਾਂ ਅਗਲਾ ਕੁਐਸਚਨ ਕਰਾਂਗੇ। ਹਾਂਜੀ, ਤਾਂ ਫਰਸਟ ਸੀ ਜਿਹੜਾ ਤੁਹਾਡਾ ਫਰੇਜ਼ ਜਿਹੜਾ ਆਪਾਂ ਦੇਖਿਆ, ਟੂ ਸਿਟ ਐਟ ਦ ਫੀਟ ਆਫ ਸਮਵਨ, ਤਾਂ ਮੀਨਿੰਗ ਕੀ ਹੁੰਦਾ ਟੂ ਅਟੈਂਡ ਅਪਨ ਐਜ਼ ਸਮਵਨਸ ਡਿਸਾਈਪਲ। ਨੈਕਸਟ ਤੁਸੀਂ ਆਪਣੇ ਕੋਲੇ ਟੂ ਪਲੇ ਸੈਕੰਡ ਫਿਡਰ, ਤਾਂ ਮੀਨਿੰਗ ਕੀ ਹੁੰਦਾ ਟੇਕ ਅ subordinate role। ਨੈਕਸਟ ਇਜ਼ to pick someone's pocket, and the meaning is to steal something from the pocket। and the last ਆਪਾਂ ਜਿਹੜਾ 4 number discuss ਕੀਤਾ, that is to paddle one's own canoe, meaning that ਆਪਣੇ ਕੋਲੇ to work independently। next phrase is to pour oil in troubled water, meaning is to calm a dispute। and the sixth phrase and last phrase is to meet one's Waterloo, and the meaning is to experience defeat, to be defeated by someone who is too strong for you। I hope clear है। हाँ जी, तो next question ਆਪਣੇ ਕੋਲੇ synonym ਹੈ, ਜਿਹਨੂੰ ਸਮਾਨਾਰਥੀ ਤੇ ਵਿਰੋਧੀ ਸ਼ਬਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ। वन बाय वन डिस्कस करेंगे। देखो जी, फर्स्ट ਤੁਹਾਡੇ ਕੋਲੇ ਵਰਡ ਹੈ ਜੀ ਪ੍ਰਮੋਟ। ਤਾਂ ਹੁਣ ਆਪਾਂ ਪ੍ਰਮੋਟ ਵਰਡ ਤੁਸੀਂ ਕਾਫੀ ਸੁਣਿਆ ਹੋਣਾ, ਤਾਂ ਪ੍ਰਮੋਟ ਕਰਨਾ ਕਿਸੇ ਨੂੰ ਮਤਲਬ ਕੀ ਹੁੰਦਾ ਹੈ ਅੱਗੇ ਵਧਾਉਣਾ, ਜਾਂ ਕਹਿ ਲਓ ਪ੍ਰੋਤਸਾਹਿਤ ਕਰਨਾ, ਕਿਸੇ ਨੂੰ ਐਨਕਰੇਜ ਕਰਨਾ, ਉਤਸ਼ਾਹਿਤ ਕਰਨਾ। ਸੋ ਪ੍ਰੋਤਸਾਹਿਤ ਕਰਨਾ, ਉਤਸ਼ਾਹਿਤ ਕਰਨਾ, ਪ੍ਰਮੋਟ ਕਰਨਾ। ਪ੍ਰਮੋਟ, ਉਤਸ਼ਾਹਿਤ ਕਰਨਾ ਮੀਨਿੰਗ ਲਿਖਿਆ ਹੋਇਆ ਤੁਹਾਡੇ ਕੋਲੇ, ਪ੍ਰੋਤਸਾਹਿਤ ਕਰਨਾ। ਅੱਗੇ ਤੁਹਾਡੇ ਕੋਲ ਸਿਨੋਨਿਮ ਦੀ ਗੱਲ ਹੋਵੇ ਤਾਂ ਬੂਸਟ ਕਰਨਾ, ਅਗੇਨ ਤੁਹਾਡੇ ਕੋਲ ਕਿਸੇ ਚੀਜ਼ ਨੂੰ ਇਨਕਰੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨਕਰੇਜ ਕਰਨਾ ਤਾਂ ਉਹ ਵੀ ਅਗੇਨ ਕਿਸੇ ਨੂੰ ਪ੍ਰੋਤਸਾਹਨ ਕੀਤਾ ਜਾ ਰਿਹਾ ਹੈ, ਇਨਕਰੇਜ ਕੀਤਾ ਜਾ ਰਿਹਾ ਹੈ, ਕਿਸੇ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਅੱਗੇ ਤੁਹਾਡੇ ਕੋਲ ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਰੋਗੇ ਰੁਕਾਵਟ ਪੈਦਾ ਕਰ ਰਹੇ ਹੋ। ਪ੍ਰਮੋਟ ਦਾ ਮਤਲਬ ਕੀ ਹੁੰਦਾ ਹੈ ਕੋਈ ਚੀਜ਼ ਨੂੰ ਇਨਕਰੇਜ ਕੀਤਾ ਜਾ ਰਿਹਾ ਹੈ, ਹੌਸਲਾ ਵਧਾਇਆ ਜਾ ਰਿਹਾ ਹੈ। ਆਬਸਟ੍ਰੈਕਟ ਦਾ ਮਤਲਬ ਹੋਏਗਾ ਕਿਸੇ ਨੂੰ ਪਿੱਛੇ ਖਿੱਚਿਆ ਜਾ ਰਿਹਾ ਹੈ, ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਸੋ ਆਬਸਟ੍ਰੈਕਟ ਦਾ ਮੀਨਿੰਗ ਆ ਜਾਂਦਾ ਤੁਹਾਡੇ ਕੋਲ ਆਪੋਜ਼ਿਟ ਦੇ ਵਿੱਚ। ਅੱਗੇ ਤੁਹਾਡੇ ਕੋਲ ਵਰਡ ਕੁਐਲ। ਕਹਿ ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਸ਼ਾਂਤ ਕਰਨਾ ਮਤਲਬ ਕਿ ਸਾਇਲੈਂਟ ਕਰਾਉਣਾ, ਚੁੱਪ ਕਰਾਉਣਾ, ਰਿਡਿਊਸ ਕਰਨਾ ਕਿਸੇ ਚੀਜ਼ ਨੂੰ, ਇਹ ਤੁਹਾਡੇ ਕੋਲ ਸ਼ਾਂਤ ਕਰਨਾ ਆ ਜਾਂਦਾ ਹੈ। ਕੁਐਲ ਦਾ ਮੀਨਿੰਗ ਆ ਜਾਂਦਾ ਹੈ ਸਪਰੈਸ। ਆਪਣੇ ਕੋਲ ਸਿੰਨੋਨਿਮ ਆ ਜਾਏਗਾ ਸਪਰੈਸ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ, ਸਮਝਾਉਣ ਦੀ ਕੋਸ਼ਿਸ਼ ਕਰਨੀ। ਅੱਗੇ ਤੁਹਾਡੇ ਕੋਲ ਸਬਡਿਊ ਆ ਗਿਆ। ਅੱਗੇ ਜੀ ਲਾਸਟ ਵਰਡ ਦੈਟ ਇਜ਼ ਰਿਡਿਊਸ। ਸੋ ਸਪਰੈਸ, ਸਬਡਿਊ ਐਂਡ ਰਿਡਿਊਸ ਤੁਹਾਡੇ ਸਿੰਨੋਨਿਮ ਨੇ ਵਰਡ ਕੁਐਲ ਦੇ। ਅੱਗੇ ਤੁਹਾਡੇ ਕੋਲ ਵਰਡ ਹੈ ਜੀ ਐਜੀਟੇਟ। ਐਜੀਟੇਟ ਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ। ਮਤਲਬ ਉਹੀ ਸੇਮ ਬਲਦੀ ਤੇ ਅੱਗ ਤੇਲ ਪਾਉਣਾ, ਐਵੇਂ ਜਿਹਾ ਕੁਛ ਕਰਕੇ ਤੁਹਾਡੇ ਕੋਲ ਫਰੇਜ਼ ਵੀ ਹੁੰਦਾ ਹੈ, ਈਡੀਅਮ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕਿਸੇ ਨੂੰ ਬਹੁਤ ਜ਼ਿਆਦਾ ਕਿਸੇ ਕੰਮ ਦੇ ਲਈ ਭੜਕਾਇਆ ਜਾ ਰਿਹਾ, ਘੱਟ ਚੀਜ਼ ਨੂੰ ਵੱਧ ਕਰਕੇ ਦੱਸਿਆ ਜਾ ਰਿਹਾ। ਸੋ ਐਜੀਟੇਟ ਕਰਨਾ ਜਾਂ ਪਰੇਸ਼ਾਨ ਕਰਨਾ ਤੁਸੀਂ ਕਹਿ ਸਕਦੇ ਹੋ। ਇਰੀਟੇਟ ਕਰਨਾ ਜਿਹੜਾ ਤੁਹਾਡਾ ਇੱਥੇ ਆਪੋਜ਼ਿਟ ਵਰਡ ਤੁਸੀਂ ਯੂਜ਼ ਕਰ ਸਕਦੇ ਹੋ। ਅੱਗੇ ਜੀ ਤੁਹਾਡੇ ਕੋਲੇ ਵਰਡ ਦੈਟ ਇਜ਼ ਰਿਪਲੈਨਿਸ਼। ਰਿਪਲੈਨਿਸ਼ ਦਾ ਮਤਲਬ ਕੀ ਹੁੰਦਾ ਹੈ, ਰਿਪਲੈਨਿਸ਼ ਤੁਸੀਂ ਵਰਡ ਸੁਣਿਆ ਹੋਣਾ। ਰੀਵਰਡ ਦਾ ਮਤਲਬ ਕੀ ਹੁੰਦਾ ਦੁਬਾਰਾ, ਪਲੈਨਿਸ਼ ਤੁਸੀਂ ਪਲਾਨ ਬਣਾ ਰਹੇ ਹੋ, ਤੁਸੀਂ ਇੱਥੇ ਬਣਾਉਣਾ ਹੈ ਨਾ। ਰਿਪਲੈਨਿਸ਼ ਦਾ ਮਤਲਬ ਹੋ ਗਿਆ ਤੁਹਾਡੇ ਕੋਲੇ ਤੁਸੀਂ ਪਲਾਨ ਦੁਬਾਰਾ ਤੋਂ ਬਣਾ ਰਹੇ ਹੋ। ਸੋ ਰੀਪਲੈਨਿਸ਼ ਦਾ ਮਤਲਬ ਹੋ ਗਿਆ ਦੁਬਾਰਾ ਤੋਂ ਕੁਛ ਕਰਨਾ। ਸੋ ਰਿਪਲੈਨਿਸ਼ ਜਿਵੇਂ ਇੱਥੇ ਤੁਹਾਡੇ ਕੋਲੇ ਮੀਨਿੰਗ ਹੈ ਫਿਰ ਤੋਂ ਭਰਨਾ। ਰੀਸਟੋਰ ਔਰ ਰੀਫਿਲ। ਰੀ ਦਾ ਮਤਲਬ ਤੁਹਾਡੇ ਕੋਲੇ ਦੁਬਾਰਾ ਹੁੰਦਾ, ਜਿੱਥੇ ਵੀ ਰੀ ਆ ਗਿਆ ਤਾਂ ਯਾਦ ਕਰ ਹੀ ਲੈਣਾ ਰਿਵੋਕ, ਜਿਵੇਂ ਰੀਸਟੋਰ ਔਰ ਰੀਫਿਲ ਮੀਨਿੰਗ ਹੁੰਦਾ ਤੁਹਾਡੇ ਕੋਲੇ ਦੁਬਾਰਾ ਕੋਈ ਚੀਜ਼ ਕਰਨੀ। ਸੋ ਰੀਸਟੋਰ ਕਰਨਾ, ਦੁਬਾਰਾ ਭਰਨਾ, ਰੀਫਿਲ ਕਰਨਾ। ਅੱਗੇ ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਡਿਪਲੀਟ ਆ ਗਿਆ। ਡਿਪਲੀਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਖਰਾਬ ਕਰ ਰਹੇ ਹੋ ਤੁਸੀਂ, ਡਿਪਲੀਟ ਮਤਲਬ ਘਟਾਇਆ ਜਾ ਰਿਹਾ। ਸੋ ਇਹ ਆ ਜਾਏਗਾ ਤੁਹਾਡੇ ਆਪੋਜ਼ਿਟ ਵਰਡ। ਨੈਕਸਟ ਹੈ ਜੀ ਆਪਣੇ ਕੋਲੇ ਵਰਡ ਰੀਸੈਂਟ। ਰੀਸੈਂਟ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ, ਇਹਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਰੱਦ ਕਰਨਾ, ਰੀਸੈਂਟ ਕਰਨਾ। ਤਾਂ ਉਹੀ ਸੇਮ ਚੀਜ਼ ਤੁਸੀਂ ਦੇਖ ਲਓ, ਕਿਸੇ ਚੀਜ਼ ਨੂੰ ਰੀ ਮਤਲਬ ਦੁਬਾਰਾ ਕਰ ਰਹੇ ਹੋ ਤੇ ਸੈਂਡ ਨੂੰ ਤੁਸੀਂ ਕੀ ਪੜ੍ਹ ਲੈਣਾ, ਸੈਂਡ ਪੜ੍ਹ ਲਓ। ਇਹਨੂੰ ਕੀ ਪੜ੍ਹਨਾ ਤੁਸੀਂ, ਸੈਂਡ ਪੜ੍ਹ ਲੈਣਾ। ਟ੍ਰਿਕ ਦੇ ਲਈ ਇਹ
ਰੀਸੈਂਟ मतलब ਹੁਣ ਤੁਸੀਂ ਦੇਖੋ ਇੱਕ ਚੀਜ਼ ਜਿਹੜੀ ਤੁਸੀਂ ਪਹਿਲਾਂ ਸੈਂਡ ਕੀਤੀ ਹੋਈ ਆ ਉਹਨੂੰ ਜਦੋਂ ਤੁਸੀਂ ਰੀਸੈਂਡ ਕਰੋਗੇ ਤਾਂ ਤੁਸੀਂ ਪਹਿਲਾਂ ਵਾਲੀ ਕੰਪਲੀਟ ਕਰ ਦਿੰਦੇ ਹੋ ਬੇਸਿਕਲੀ ਤਾਂ ਇਹ ਚੀਜ਼ ਹੁੰਦੀ ਹੈ ਨਾ ਪਹਿਲਾਂ ਵਾਲੀ ਚੀਜ਼ ਜਿਹੜੀ ਆਪਾਂ ਕਹਿ ਲਓ ਉਹ ਆਪਣੇ ਤੋਂ ਗਲਤ ਸੈਂਡ ਹੋ ਗਈ ਆਪਾਂ ਉਹਨੂੰ ਕਰਦਾ ਡਿਲੀਟ ਇਸ ਤੋਂ ਬਾਅਦ ਕੀ ਕਰੋਗੇ ਤੁਸੀਂ ਰੀਸੈਂਡ ਕਰੋਗੇ ਵੀ ਦੁਬਾਰਾ ਤੋਂ ਜਿਹੜੀ ਕੋਈ ਚੀਜ਼ ਸੈਂਡ ਕਰੋਗੇ ਸੋ ਰੀਸੈਂਡ ਕਰਨਾ ਮਤਲਬ ਪਹਿਲਾਂ ਵਾਲੀ ਚੀਜ਼ ਨੂੰ ਤੁਸੀਂ ਰੱਦ ਕਰਤਾ ਅੱਗੇ ਵਾਲੀ ਜਿਹੜੀ ਨਵੀਂ ਚੀਜ਼ ਬਣਾ ਰਹੇ ਸੋ ਰੱਦ ਕਰਨਾ ਜਿਹੜਾ ਤੁਸੀਂ ਇੱਥੋਂ ਮੀਨਿੰਗ ਯਾਦ ਕਰ ਸਕਦੇ ਹੋ ਆਪਣੇ ਸਿਨੋਨਿਮ ਵਰਡ ਆ ਜਾਣਗੇ ਰਿਵੋਕ ਰਿਪੀਟ ਔਰ ਐਬਰੋਗੇਟ ਅੱਗੇ ਤੁਹਾਡੇ ਕੋਲ ਆਪੋਜ਼ਿਟ ਵਰਡ ਅਬੈਂਡਨ ਤੁਸੀਂ ਯੂਜ਼ ਕਰ ਸਕਦੇ ਹੋ ਸਿਨੋਨਿਮ ਦੇ ਵਿੱਚ ਆਪੋਜ਼ਿਟ ਕੀ ਆ ਜਾਣਗੇ ਕੋਈ ਚੀਜ਼ ਜਿਹੜੀ ਕਿ ਵਧੀਆ ਕਹ ਲਓ ਸਹੀ ਤਰੀਕੇ ਨਾਲ ਚੱਲ ਰਹੀ ਹੈ ਸੋ ਰੀਇਨਸਟੇਟ ਐਂਡ ਸੈਂਕਸ਼ਨ ਹੈ ਜਿਹੜਾ ਤੁਹਾਡੇ ਕੋਲ ਆਪੋਜ਼ਿਟ ਵਰਡ ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਰੀਸੈਂਟ ਯਾਦ ਤੋਂ ਕਰ ਲੈਣ ਸੈਂਡ ਤੋਂ ਯਾਦ ਕਰ ਲੈਣ ਅੱਗੇ ਤੁਹਾਡੇ ਕੋਲ ਵਰਡ ਦੈਟ ਇਜ਼ ਸਟੱਡੀ ਸਟੱਡੀ ਵਰਡ ਤੁਸੀਂ ਸੁਣਿਆ ਹੋਣਾ ਸਲੋ ਐਂਡ ਸਟੱਡੀ ਆਪਾਂ ਪਿੱਛੇ ਆਪਣਾ ਜਿਹੜਾ ਹੈਗਾ ਇੱਕ ਈਡੀਅਮ ਕਰਕੇ ਆਏ ਆ ਸਲੋ ਐਂਡ ਸਟੱਡੀ ਮਤਲਬ ਹੁੰਦਾ ਲਗਾਤਾਰ ਤੇ ਹੌਲੀ ਹੌਲੀ ਸੋ ਸਟੱਡੀ ਮੀਨਿੰਗ ਹੁੰਦਾ ਤੁਹਾਡੇ ਕੋਲ ਸਥਿਰ ਹੋਣਾ ਸਥਿਰ ਹੋਣਾ ਇੱਕ ਥਾਂ ਤੇ ਟਿਕਿਆ ਹੋਇਆ ਹੋਣਾ ਕਠੋਰ ਹੋਣਾ ਆਪਾਂ ਤੁਸੀਂ ਕਹਿ ਸਕਦੇ ਹੋ ਸੋ ਸਟੱਡੀ ਮੀਨਿੰਗ ਹੁੰਦਾ ਤੁਹਾਡੇ ਕੋਲੇ ਸਥਿਰ ਅਵਾਇਡਿੰਗ ਔਰ ਸਟੇਬਲ ਹੈ ਤੁਹਾਡੇ ਕੋਲੇ ਸਿਨੋਨਿਮ ਵਰਡਸ ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਕੋਈ ਚੀਜ਼ ਜਿਹੜੀ ਹਿਲਜੁਲ ਕਰ ਰਹੀ ਹੈ ਇਧਰ ਉਧਰ ਹੋ ਰਹੀ ਹੈ ਉਹਦੇ ਵਾਸਤੇ ਤੁਹਾਡੇ ਕੋਲ ਆਪੋਜ਼ਿਟ ਆ ਜਾਣਗੇ ਸ਼ੇਕੀ ਵਰਡ ਹੋ ਗਿਆ ਤੇ ਵੇਵਰਿੰਗ ਵਰਡ ਹੋ ਗਿਆ ਵੇਵਸ ਤੋਂ ਤੁਸੀਂ ਯਾਦ ਕਰ ਰਹੇ ਹੋ ਵੇਵ ਹੁੰਦੀਆਂ ਤੁਹਾਡੇ ਕੋਲ ਪਾਣੀ ਦੀਆਂ ਲਹਿਰਾਂ ਤੁਹਾਨੂੰ ਕੀ ਹੁੰਦੀਆਂ ਉਹ ਵੀ ਸੇਮ ਚੀਜ਼ ਇੱਕ ਥਾਂ ਤੇ ਟਿਕੇ ਤਾਂ ਨਹੀਂ ਰਹਿੰਦੀ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਇਸ ਤਰੀਕੇ ਨਾਲ ਚੱਲਦੇ ਰਹਿੰਦੇ ਉੱਥੋਂ ਵੀ ਤੁਹਾਡੇ ਕੋਲ ਐਂਡ ਵਰਡ ਹੋ ਜਾਏਗਾ ਸਟੱਡੀ ਮੀਨਿੰਗ ਹੁੰਦਾ ਸਥਿਰ abiding and stable ਤੁਹਾਡੇ synonym opposite word ਹੈ shaky and wavering next word ਹੈ ਜੀ submissive ਸਬਮਿਸਿਵ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਆਗਿਆਕਾਰੀ ਹੋਣਾ ਆਗਿਆਕਾਰੀ ਓਬੀਡੈਂਟ ਤੁਸੀਂ ਵਰਡ ਓਬੀਡੈਂਟ ਤਾਂ ਕਾਫੀ ਯੂਜ਼ ਕੀਤਾ ਹੋਣਾ ਜਦੋਂ ਆਪਾਂ ਐਪਲੀਕੇਸ਼ਨ ਵਗੈਰਾ ਲਿਖਦੇ ਹਾਂ ਓਬੀਡੈਂਟਲੀ ਯੂ ਆਰ ਓਬੀਡੈਂਟਲੀ ਤਾਂ ਇਹ ਵਾਲੇ ਵਰਡ ਆਪਾਂ ਯੂਜ਼ ਕਰਦੇ ਹਾਂ ਆਗਿਆਕਾਰੀ ਸਬਮਿਸਿਵ ਤੁਹਾਡੇ ਲਈ ਨਿਊ ਹੈ ਤੇ ਆਨਸਰ ਰੱਖਣਾ ਹੈ ਸਬਮਿਸਿਵ ਦਾ ਮਤਲਬ ਹੁੰਦਾ ਹੈ ਆਗਿਆਕਾਰੀ ਹੋਣਾ ਮਤਲਬ ਕੋਈ ਵੀ ਚੀਜ਼ ਤੁਸੀਂ ਮਿਸ ਨਹੀਂ ਕਰ ਰਹੇ ਹੋ ਸਬਮਿਸਿਵ ਨਹੀਂ ਕਰ ਰਹੇ ਮਿਸ ਤੋਂ ਬਾਅਦ ਜਿਹੜਾ ਇੱਕ ਵਰਡ ਯੂਜ਼ ਕੀਤਾ ਹੋਇਆ ਮਿਸ ਇਹਨੂੰ ਤੁਸੀਂ ਬਣਾ ਲਓ ਮਿਸ ਉਸ ਤੋਂ ਬਾਅਦ ਜਿਹੜਾ ਯੂਜ਼ ਕੀਤਾ ਹੋਇਆ ਵਰਡ ਹੈ ਇਹਨੂੰ ਬਣਾ ਲਓ ਨੈਗੇਟਿਵ ਮਤਲਬ ਮਿਸ ਨਹੀਂ ਕਰਨਾ ਮਿਸ ਹੈ ਜਿਹੜਾ ਤੁਹਾਡੇ ਕੋਲ ਨੈਗੇਟਿਵ ਵਰਡ ਹੈ ਤੁਸੀਂ ਪੋਜ਼ਿਟਿਵ ਯੂਜ਼ ਕਰੋਗੇ ਤਾਂ ਤੁਸੀਂ ਕਰ ਲਓਗੇ ਕਿਸੇ ਚੀਜ਼ ਨੂੰ ਪੋਜ਼ਿਟਿਵ ਦੇ ਵਿੱਚ ਲੈ ਰਹੇ ਹੋ ਇੱਕ ਆਗਿਆਕਾਰੀ ਤੁਹਾਡਾ ਸਿਨੋਨਿਮ ਹੋ ਜਾਏਗਾ ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਕੋਲ ਜਿੱਦੀ ਆ ਜਾਂਦਾ ਹੈ ਜਿਵੇਂ ਤੁਹਾਡੇ ਕੋਲ ਸਟਬਬੋਰਨ ਹੈ ਸਟਬਬੋਰਨ ਹੋ ਗਿਆ ਡੋਮੀਨੇਟਿੰਗ ਹੋ ਗਿਆ ਕਿਸੇ ਤੇ ਆਪਣਾ ਕਹਿ ਲਓ ਅਧਿਕਾਰ ਤੇ ਦਿਖਾਉਣ ਵਾਲਾ ਅੱਗੇ ਤੁਹਾਡੇ ਕੋਲ ਆ ਗਿਆ ਆਬਸਟੀਨੇਟ ਸੋ ਸਟਬਬੋਰਨ ਔਰ ਡੋਮੀਨੇਟਿੰਗ ਐਂਡ ਆਬਸਟੀਨੇਟ ਤੁਹਾਡੇ ਆਪੋਜ਼ਿਟ ਵਰਡ ਨੇ ਵਰਡ ਸਬਮਿਸਿਵ ਦੇ ਆਈ ਹੋਪ ਕਲੀਅਰ ਹੋਣਗੇ ਬਾਕੀ ਆਪਾਂ 6 ਵਰਡ ਅੱਜ ਕਲਾਸ ਦੇ ਵਿੱਚ ਡਿਸਕਸ ਕੀਤੇ ਸੈਨੋਨਿਮ ਐਂਟੋਨਿਮ ਦੇ ਵਿੱਚ ਲੈਣੇ ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ ਦੇਖੋ ਜੀ ਤਾਂ ਫਰਸਟ ਵਰਡ ਸੀ ਆਪਣਾ ਪ੍ਰਮੋਟ ਪ੍ਰਮੋਟ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਉਤਸ਼ਾਹਿਤ ਕਰਨਾ ਬੂਸਟ ਐਂਡ ਐਨਕਰੇਜ ਆਰ synonyms and the opposite word is obstruct next word is quell meaning ਆਪਣੇ ਕੋਲ ਸ਼ਾਂਤ ਕਰਨਾ suppress subdue and reduce are synonyms and the opposite word is agitate next word is replenish meaning ਹੁੰਦਾ ਆਪਣੇ ਕੋਲ ਫਿਰ ਤੋਂ ਭਰਨਾ ਕਿਸੇ ਚੀਜ਼ ਨੂੰ restore ਕਰਨਾ refill and restore synonym ਨੇ opposite word is deplete and the next word is rescind meaning ਹੁੰਦਾ ਆਪਣੇ ਕੋਲ ਰੱਦ ਕਰਨਾ ਕਿਸੇ ਚੀਜ਼ ਨੂੰ ਰੋਕ ਲਗਾ ਦੇਣੀ so revoke repeal and abrogate synonym ਨੇ opposite word ਤੁਹਾਡੇ ਕੋਲ reinstate and sanction ਅੱਗੇ ਜੀ ਤੁਹਾਡੇ ਕੋਲ 5 ਨੰਬਰ ਵਰਡ ਦੈਟ ਇਜ਼ ਸਟੱਡੀ ਸਟੱਡੀ ਦਾ ਮਤਲਬ ਹੁੰਦਾ ਸਥਿਰ ਹੋਣਾ ਕਿਸੇ ਚੀਜ਼ ਦਾ ਇੱਕ ਥਾਂ ਤੇ ਰੁਕਿਆ ਹੋਇਆ ਹੋਣਾ ਸਟੈਟਿਕ ਹੋਣਾ ਸੋ ਸਿਨੋਨਿਮ ਨੇ ਤੁਹਾਡੇ ਕੋਲ abiding and stable opposite words are shaky and wavering and the last word ਜਿਹੜਾ ਆਪਾਂ ਡਿਸਕਸ ਕੀਤਾ ਅੱਜ ਉਹ ਹੈ ਜੀ submissive submissive ਦਾ ਮਤਲਬ ਹੁੰਦਾ ਆਗਿਆਕਾਰੀ ਆਪਣਾ ਸਿਨੋਨਿਮ ਹੈ obedient and the opposite word is stubborn domineering or obstinate ਆਹ ਤੁਹਾਨੂੰ ਜਿੰਨੇ ਵੀ ਵਰਡ ਆਪਾਂ ਡਿਸਕਸ ਕੀਤੇ ਉਹ ਕਲੀਅਰ ਹੋਣਗੇ ਹਾਂਜੀ ਤਾਂ ਹੁਣ ਆਪਾਂ ਕਰਦੇ ਹਾਂ ਆਪਣਾ ਨੈਕਸਟ ਕੁਐਸਚਨ ਦੈਟ ਇਜ਼ ਸਪੈਲਿੰਗ ਐਰਰਸ ਔਰ ਮਿਸਸਪੈਲਡ ਦਾ ਫਰਸਟ ਕੁਐਸਚਨ ਹੈ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਚੈੱਕ ਕਰੋ ਦੇਖੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਦੇਖੋ ਜੀ A B C D ਚਾਰ ਆਪਸ਼ਨਸ ਨੇ ਇਨਕਰੈਕਟਲੀ ਸਪੈਲਡ ਵਰਡ ਤੁਸੀਂ ਇੱਥੇ ਫਾਈਂਡ ਆਊਟ ਕਰਨਾ ਹੈ ਤਿੰਨ ਜਿਹੜੇ ਤੁਹਾਡੇ ਕੋਲੇ ਵਰਡ ਹੋਣਗੇ ਉਹ ਸਹੀ ਸਪੈਲ ਕੀਤੇ ਹੋਣਗੇ ਇੱਕ ਵਰਡ ਆ ਜਿਹੜਾ ਤੁਹਾਡੇ ਕੋਲ ਇੱਕ ਮਿਸ ਸਪੈਲ ਹੈ ਆਪਣੇ ਕੋਲ ਕਹਿ ਲਓ ਜਾਂ ਇਨਕਰੈਕਟਲੀ ਸਪੈਲ ਕੀਤਾ ਹੋਇਆ ਜੋ ਕਿ ਤੁਸੀਂ ਇੱਥੇ ਫਾਈਂਡ ਆਊਟ ਕਰਨਾ ਹੈ ਚੈੱਕ ਕਰੋ ਜੀ ਦੇਖੋ ਫਿਰ ਤੁਹਾਨੂੰ ਇੱਥੇ ਆਨਸਰ ਦੱਸ ਦੇ mischievous received attributes and efficient ਹਾਂਜੀ ਤਾਂ ਕਿਹੜਾ ਵਰਡ ਆ ਜਿਹੜਾ ਇਨਕਰੈਕਟਲੀ ਸਪੈਲ ਕੀਤਾ ਹੋਇਆ ਹੈ ਆਂਸਰ ਆ ਗਿਆ ਹੋਏਗਾ ਦੇਖੋ ਜੀ ਤਾਂ ਆਪਣੇ ਕੋਲ ਆਂਸਰ ਆਏਗਾ ਸੀ ਪੋਰਸ਼ਨ ਹੈ ਜਿਹੜਾ ਤੁਹਾਡੇ ਕੋਲ ਸੀ ਪਾਰਟ ਹੈ ਜਿਹੜਾ ਇਹ ਰੋਂਗ ਹੈ ਇਨਕਰੈਕਟਲੀ ਸਪੈਲ ਕੀਤਾ ਹੋਇਆ ਹੈ ਸੀ ਜਿਹੜਾ ਤੁਹਾਡਾ ਇੱਥੇ ਆਂਸਰ ਹੋਏਗਾ ਹੁਣ ਦੇਖਦੇ ਹਾਂ 1 ਬਾਈ 1 ਹਰ ਇੱਕ ਵਰਡ ਦਾ ਮੀਨਿੰਗ ਫਰਸਟ ਹੈ ਤੁਹਾਡੇ ਕੋਲ ਮਿਸਚੀਵਸ ਤਾਂ ਮਿਸਚੀਵ ਵਰਡ ਤੁਸੀਂ ਸੁਣਿਆ ਹੋਣਾ ਮਿਸਚੀਵ ਦਾ ਮਤਲਬ ਹੁੰਦਾ ਸ਼ਰਾਰਤਾਂ ਕਰਨੀਆਂ ਸੋ ਮਿਸਚੀਵਸ ਦਾ ਮਤਲਬ ਹੁੰਦਾ ਇਹੋ ਜਿਹਾ ਪਰਸਨ ਜਿਹੜਾ ਕਿ ਸ਼ਰਾਰਤੀ ਹੈ ਉਹ ਬੱਚਾ ਕਹਿ ਸਕਦੇ ਹੋ ਤੁਸੀਂ ਕੋਈ ਪਰਸਨ ਕਹਿ ਸਕਦੇ ਹੋ ਸੋ ਮਿਸਚੀਵਸ ਅੱਗੇ ਤੁਹਾਡੇ ਕੋਲ ਰਿਸੀਵ ਦਾ ਮਤਲਬ ਹੁੰਦਾ ਰਿਸੀਵ ਕਰਨਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਸੋ ਪ੍ਰਾਪਤ ਕਰਨਾ ਕੋਈ ਚੀਜ਼ ਗੇਨ ਕਰਨਾ ਅੱਗੇ ਤੁਹਾਡੇ ਕੋਲ ਵਰਡ ਜਿਵੇਂ ਐਫੀਸ਼ੀਐਂਟ ਹੈ ਐਟਰੀਬਿਊਟ ਆਪਾਂ ਦੇਖਦੇ ਹਾਂ ਐਫੀਸ਼ੀਐਂਟ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦੇ ਯੋਗ ਹੋਣਾ ਕੁਸ਼ਲ ਹੋਣਾ ਕਿਸੇ ਕੰਮ ਦੇ ਵਿੱਚ ਸੋ ਕੁਸ਼ਲ ਆਪਾਂ ਕਹਿ ਸਕਦੇ ਹਾਂ ਕਿਸੇ ਕੰਮ ਦੇ ਯੋਗ ਹੋਣਾ ਕੁਸ਼ਲ ਹੋਣਾ ਤਾਂ ਐਫੀਸ਼ੀਐਂਟ ਅੱਗੇ ਦੇਖੋ ਜੀ ਤੁਹਾਡੇ ਕੋਲੇ ਵਰਡ ਸੀਗਾ ਸੀ ਜਿਹੜਾ ਆਪਣੇ ਕੋਲੇ ਇਨਕਰੈਕਟਲੀ ਸਪੈਲ ਸੀਗਾ ਹੁਣ ਦੇਖੋਗੇ ਸਭ ਤੋਂ ਪਹਿਲਾਂ ਤਾਂ ਐਟਰੀਬਿਊਟ ਦਾ ਮੀਨਿੰਗ ਹੁੰਦਾ ਹੈ ਐਟਰੀਬਿਊਟਸ ਕੀ ਹੁੰਦੇ ਆ ਆਪਣੇ ਗੁਣ ਹੁੰਦੇ ਆ
ਤੁਸੀਂ ਸੁਣਿਆ ਹੋਣਾ ਉਹਦੇ ਐਟਰੀਬਿਊਟਸ ਸਹੀ ਨਹੀਂ ਹੈਗੇ, ਇਟ ਮੀਨਸ ਉਹਦੇ ਗੁਣ ਸਹੀ ਨਹੀਂ ਹੈਗੇ, ਆਪਾਂ ਯੂਜ਼ ਕਰ ਲੈਂਦੇ ਹਾਂ। ਐਟਰੀਬਿਊਟ ਦੀ ਸਪੈਲਿੰਗ ਕੀ ਹੈ? ATTRIBUTE। ਹੁਣ ਇਹ ਪਲੂਰਲ 'ਚ ਯੂਜ਼ ਕੀਤਾ, ਐਟਰੀਬਿਊਟਸ ਆ ਜਾਏਗਾ, ਮੀਨਿੰਗ ਹੁੰਦਾ ਤੁਹਾਡੇ ਕੋਲ ਗੁਣ ਹੋਣਾ, ਗੁਣ ਹੈ ਜਿਹੜਾ ਤੁਹਾਡੇ ਕੋਲ ਉੱਥੇ ਸਿਨੋਨਿਮ ਹੈ। ਹਾਂਜੀ, ਤਾਂ ਇਹ ਹੈ ਜੀ ਤੁਹਾਡਾ ਵਰਡ ਜਿਹੜਾ ਕਿ ਤੁਹਾਡਾ ਆਂਸਰ ਹੋਣਾ ਸੀ। ਸੀ ਪਾਰਟ ਦੇ ਵਿੱਚ ਤੁਹਾਡੀ ਇੱਥੇ ਐਰਰ ਸੀ। ਸੀ ਜਿਹੜਾ ਤੁਹਾਡੇ ਕੋਲ ਇਨਕਰੈਕਟਲੀ ਸਪੈਲਡ ਵਰਡ ਸੀ, ਜੋ ਕਿ ਤੁਸੀਂ ਟਿਕ ਕਰਨਾ ਸੀ। ਦੇਖੋ ਜੀ ਸੈਕੰਡ ਕੁਐਸਚਨ, ਅਗੇਨ ਤੁਸੀਂ ਇਨਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨਾ, ਚੈੱਕ ਕਰੋ ਕਿਹੜਾ ਪਾਰਟ ਹੈ, ਜਿਹੜਾ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲ ਇਨਕਰੈਕਟ ਸਪੈਲ ਕੀਤਾ ਹੋਇਆ। ABCD ਚਾਰ ਜਿਹੜੇ ਤੁਹਾਡੇ ਕੋਲ ਆਪਸ਼ਨਸ ਨੇ, ਐਬਸੋਲੂਟਲੀ, ਨੈਸੈਸਿਟੀ, ਅਕਰੈਂਸ ਐਂਡ ਰਿਮੂਵਲ। ਹਾਂਜੀ, ਤਾਂ ਤੁਸੀਂ ਕਰ ਲਿਆ ਹੋਣਾ ਆਂਸਰ ਮਾਰਕ। ਫਰਸਟ ਵਰਡ ਹੈ ਤੁਹਾਡੇ ਕੋਲ ਐਬਸੋਲੂਟਲੀ, ਤਾਂ ਐਬਸੋਲੂਟ ਵਰਡ ਤੁਸੀਂ ਸੁਣਿਆ ਹੋਣਾ। ਐਬਸੋਲੂਟਲੀ ਮਤਲਬ ਹੁੰਦਾ ਕਿ ਕੋਈ ਚੀਜ਼ ਪੱਕੇ ਤਰੀਕੇ ਨਾਲ ਕਹਿਣਾ, ਬਿਲਕੁਲ ਪੂਰੇ ਸਹੀ ਤਰੀਕੇ ਨਾਲ, ਤਾਂ ਮੀਨਿੰਗ ਹੁੰਦਾ ਇਹਦਾ। ਅੱਗੇ ਤੁਹਾਡੇ ਕੋਲ ਵਰਡ ਹੈ ਨੈਸੈਸਿਟੀ, ਤਾਂ ਨੈਸੈਸਰੀ ਵਰਡ ਤੁਹਾਨੂੰ ਨੈਸੈਸਰੀ ਵਰਡ ਤੁਸੀਂ ਸੁਣਿਆ ਹੋਣਾ। ਨੈਸੈਸਿਟੀ ਦਾ ਮਤਲਬ ਹੁੰਦਾ ਜ਼ਰੂਰੀ, ਕੋਈ ਸੇਮ ਚੀਜ਼ ਨੈਸੈਸਿਟੀ ਦਾ ਮਤਲਬ ਵੀ ਤੁਹਾਡੇ ਕੋਲ ਕੋਈ ਚੀਜ਼ ਜਿਹੜੀ ਜ਼ਰੂਰੀ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਯੂਜ਼ ਕਰ ਲੈਣਾ। ਅੱਗੇ ਵਰਡ ਹੈ ਤੁਹਾਡੇ ਕੋਲ ਅਕਰੈਂਸ। ਅਕਰੈਂਸ ਦਾ ਮੀਨਿੰਗ ਹੁੰਦਾ ਕੋਈ ਚੀਜ਼ ਘਟੀ ਹੁੰਦੀ ਹੈ ਨਾ, ਘਟਨਾ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ, ਘਟਨਾ, ਕੋਈ ਘਟਨਾ ਹੋਣੀ। ਸੋ ਅਕਰੈਂਸ। ਅੱਗੇ ਤੁਹਾਡੇ ਕੋਲ ਇੰਸੀਡੈਂਟ, ਜਿਵੇਂ ਆਪਾਂ ਕਹਿ ਦਿੰਦੇ ਹਾਂ ਰਿਮੂਵਲ। ਰਿਮੂਵਲ ਦਾ ਮਤਲਬ ਹੁੰਦਾ ਰਿਮੂਵ ਕਰਨਾ, ਮਤਲਬ ਹਟਾਉਣਾ। ਹਾਂਜੀ, ਤਾਂ ਆਂਸਰ ਕੀ ਹੋਣਾ ਸੀ? ਹੁਣ ਆਪਾਂ ਨੂੰ ਇਨਕਰੈਕਟਲੀ ਸਪੈਲਡ ਵਰਡ ਪੁੱਛਿਆ ਸੀ, ਐਬਸੋਲੂਟਲੀ ਬਿਲਕੁਲ ਸਹੀ ਹੈ। ਨੈਸੈਸਿਟੀ ਦੇ ਸਪੈਲਿੰਗ ਅਗੇਨ ਤੁਹਾਡੇ ਕੋਲੇ ਸਹੀ ਨੇ। ਅਕਰੈਂਸ ਦੇ ਸਪੈਲਿੰਗ ਜਿਹੜੇ ਤੁਹਾਡੇ ਕੋਲੇ ਰੋਂਗ ਯੂਜ਼ ਕੀਤੇ ਹੋਏ ਆ। ਸੀ ਆਂਸਰ ਹੋਣਾ ਸੀ ਇਹਦਾ। ਸਪੈਲਿੰਗ ਦੇਖੋ ਕੀ ਹੋਣਗੇ, ਰਿਮੂਵਲ ਵਰਡ ਵੀ ਬਿਲਕੁਲ ਸਹੀ ਯੂਜ਼ ਕੀਤਾ ਹੋਇਆ। ਦੇਖੋ ਜੀ ਆਪਣੇ ਕੋਲੇ ਅਕਰੈਂਸ ਦੇ ਸਪੈਲਿੰਗ OCCU, ਹੁੰਦੇ ਆ। ਡਬਲ ਸੀ ਐਂਡ ਡਬਲ ਆਰ ਯੂਜ਼ ਕੀਤਾ ਜਾਂਦਾ ਹੈ। ਅਗੇਨ ANCE ਹੁੰਦਾ ਹੈ, ਇਹ ਚੀਜ਼ ਸਹੀ ਹੈ। ENC ਨਹੀਂ ਦਿੱਤਾ ਹੋਇਆ ਇੱਥੇ। ਤੋ ਅਕਰੈਂਸ ਦੇ ਸਪੈਲਿੰਗ ਜਿਹੜੇ ਤੁਸੀਂ ਧਿਆਨ 'ਚ ਯਾਦ ਰੱਖਣੇ ਆ। ਬਾਕੀ ਜਿਹੜਾ ਹੈਗਾ ਕਿ ਕਾਫੀ ਵਾਰ ਰਿਪੀਟ ਹੁੰਦਾ ਵਰਡ ਫਰੈਂਡ, ਤਾਂ ਇਹ ਜਿਹੜਾ ਹੈਗਾ ਤੁਹਾਡੇ ਯਾਦ ਹੋਣਾ ਚਾਹੀਦਾ। ਬਾਕੀ ਬਾਰ-ਬਾਰ ਰਿਪੀਟ ਕਰੋਗੇ, ਲਿਖੋਗੇ ਤਾਂ ਤੁਹਾਨੂੰ ਇਹ ਜਿਹੜਾ ਈਜ਼ੀਲੀ ਯਾਦ ਹੋ ਜਾਣਗੇ। ਡਬਲ ਸੀ ਐਂਡ ਡਬਲ ਆਰ ਯੂਜ਼ ਕੀਤਾ ਜਾਂਦਾ, ਲਾਸਟ ਤੇ ANCE ਹੁੰਦਾ ਹੈ। ਇਹ ਚੀਜ਼ਾਂ ਜਿਹੜੀ ਤੁਸੀਂ ਯਾਦ ਰੱਖਣੀ ਹੈ। ਅੱਗੇ ਜੀ ਤੁਹਾਡੇ ਕੋਲੇ ਲਾਸਟ ਥਰਡ ਨੰਬਰ ਕੁਐਸਚਨ, ਚੈੱਕ ਕਰੋ ਕਿਹੜਾ ਅਗਰ ਕਰੈਕਟਲੀ ਸਪੈਲਡ ਵਰਡ। ਇੱਥੇ ਤੁਸੀਂ ਚੈੱਕ ਕਰਨਾ ਕਰੈਕਟਲੀ ਸਪੈਲਡ ਵਰਡ ਕਿਹੜਾ। ABCD ਚਾਰ ਆਪਸ਼ਨਸ ਨੇ ਤੁਹਾਡੇ ਕੋਲ। ਫਰਸਟ ਹੈ ਜੀ ਫੰਡਾਮੈਂਟਲਸ, then attempt, then writers and the last is movement। ਦੇਖੋ ਚਾਰ ਆਪਸ਼ਨਸ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਤੁਹਾਡੇ ਕੋਲੇ ਕਰੈਕਟਲੀ ਸਪੈਲ ਕੀਤੀ ਹੋਈ। ਮੀਨਸ ਤੁਹਾਡੇ ਕੋਲੇ ਜਿਹੜੀਆਂ ਤਿੰਨ ਆਪਸ਼ਨ ਹੋਣਗੀਆਂ ਰੋਂਗ ਸਪੈਲ ਕੀਤੀਆਂ ਹੋਣਗੀਆਂ, ਇੱਕ ਆਪਸ਼ਨ ਜਿਹੜੀ ਤੁਹਾਡਾ ਆਂਸਰ ਹੋਏਗੀ ਉਹੀ ਹੈ ਜਿਹੜੀ ਤੁਸੀਂ ਚੈੱਕ ਕਰਨੀ ਹੈ। ਕਰੈਕਟਲੀ ਸਪੈਲਡ ਵਰਡ ਤੁਸੀਂ ਫਾਈਂਡ ਆਊਟ ਕਰਨਾ। ਦੇਖੋ ਹਾਂਜੀ, ਤਾਂ ਆਈ ਹੋਪ ਤੁਸੀਂ ਆਂਸਰ ਮਾਰਕ ਕਰ ਲਿਆ ਹੋਵੇਗਾ। ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲੇ ਕਰੈਕਟਲੀ ਸਪੈਲ ਹੈ। ਹੁਣ ਤਿੰਨ ਆਪਸ਼ਨ ਤੁਹਾਡੇ ਕੋਲੇ ਰੋਂਗ ਸਪੈਲ ਹੋਣਗੀਆਂ, ਇੱਕ ਆਪਸ਼ਨ ਹੈ ਜਿਹੜੀ ਤੁਹਾਡਾ ਆਂਸਰ ਹੈ। ਤੇ ਹੁਣ ਆਪਣੇ ਕੋਲ ਫੰਡਾਮੈਂਟਲ ਵਰਡ ਲਿਖਿਆ ਹੋਇਆ। ਬੇਸਿਕਲ ਦੇਖਿਆ ਜਾਵੇ ਤਾਂ ਫੰਡਾਮੈਂਟਲ, ਜੇ ਆਪਾਂ ਇਹਨੂੰ ਸਪੈਲਿੰਗ ਨੂੰ ਸਹੀ ਦੇਖਦੇ ਆ ਤਾਂ ਇਹਦਾ ਮੀਨਿੰਗ ਹੁੰਦਾ ਫੰਡਾਮੈਂਟਲ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਬੁਨਿਆਦੀ ਹੁੰਦੀ ਹੈ, ਕਿਸੇ ਚੀਜ਼ ਦੀ ਬੁਨਿਆਦ ਹੋਣਾ, ਨਹੀਂ ਹੋਣਾ, ਹਨਾ। ਸੋ ਫੰਡਾਮੈਂਟਲ। ਅੱਗੇ ਤੁਹਾਡੇ ਕੋਲੇ ਅਟੈਂਪਟ ਹੈ। ਅਟੈਂਪਟ ਦੇ ਅਗੇਨ ਮੀਨਿੰਗ ਆਪਣੇ ਕੋਲ ਸਪੈਲਿੰਗ ਆਪਾਂ ਇੱਕ ਵਾਰ ਇਗਨੋਰ ਕਰਕੇ ਚੱਲਦੇ ਹਾਂ। ਅਟੈਂਪਟ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰਨਾ। ਸੋ ਕੋਸ਼ਿਸ਼ ਕਹਿ ਸਕਦੇ ਹੋ ਤੁਸੀਂ। ਅਟੈਂਪਟ ਦਾ ਮਤਲਬ ਹੁੰਦਾ ਕੋਸ਼ਿਸ਼। ਅੱਗੇ ਤੁਹਾਡੇ ਕੋਲੇ ਵਰਡ ਰਾਈਟੀਅਸ। ਰਾਈਟੀਅਸ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਬੇਸਿਕਲੀ ਇਹ ਦੇਖਿਆ ਜਾਵੇ ਤਾਂ ਨੇਕੀ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ, ਨੇਕ ਹੋਣਾ। ਧਰਮ ਵਾਸਤੇ ਆਪਾਂ ਧਰਮ ਜਿਹੜਾ ਬਾਤ ਬਹੁਤ ਜ਼ਿਆਦਾ ਧਰਮੀ ਹੋਵੇ, ਧਾਰਮਿਕ ਜਿਹਾ ਹੋਵੇ, ਤਾਂ ਉਹਦੇ ਵਾਸਤੇ ਯੂਜ਼ ਕੀਤਾ ਜਾ ਸਕਦਾ ਹੈ। ਅੱਗੇ ਤੁਹਾਡੇ ਕੋਲ ਵਰਡ ਹੈ ਜੀ ਮੂਵਮੈਂਟ। ਮੂਵਮੈਂਟ ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਪਲ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ ਥੋੜਾ ਜਿਹਾ ਸਮਾਂ, ਹਨਾ, ਪਲ। ਤਾਂ ਇਹ ਹੁੰਦਾ ਤੁਹਾਡਾ ਮੂਵਮੈਂਟ। ਹੁਣ ਚੈੱਕ ਕਰੋ ਆਪਾਂ ਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨਾ ਹੈ। ਤਾਂ ਫੰਡਾਮੈਂਟਲ ਦੇ ਸਪੈਲਿੰਗ ਤੁਹਾਡੇ ਕੋਲ ਰੋਂਗ ਨੇ। MENTALS ਹੁੰਦਾ ਹੈ, ਜੋ ਕਿ ਰੋਂਗ ਹੈ। ਹੁਣ ਅਟੈਂਪਟ ਦੀ ਸਪੈਲਿੰਗ ਅਗੇਨ ATTEMPT ਹੁੰਦੇ, AMPT ਨਹੀਂ ਹੁੰਦੇ, ਇਹ ਵੀ ਰੋਂਗ ਹੈ। ਰਾਈਟਰਸ ਸਪੈਲਿੰਗ ਬਿਲਕੁਲ ਸਹੀ ਨੇ, ਆਂਸਰ ਸੀ ਦਾ ਤੁਹਾਡਾ ਸੀ। ਲਾਸਟ ਤੁਹਾਡੇ ਕੋਲ ਮੂਵਮੈਂਟ ਦਿੱਤਾ ਹੋਇਆ, ਮੂਵਮੈਂਟ ਦੀ ਸਪੈਲਿੰਗ ਅਗੇਨ ਰੋਂਗ ਹੈ। MOMENT ਦਾ ANT ਨਹੀਂ ਹੁੰਦਾ। ਤਾਂ ਇਹ ਸੀ ਜੀ ਤੁਹਾਡਾ ਆਂਸਰ ਸੀ। ਆਂਸਰ ਸੀ ਜਿਹੜਾ ਤੁਹਾਡਾ ਇੱਥੇ ਹੋਏਗਾ, ਸੀ ਆਪਸ਼ਨ ਤੁਹਾਡਾ ਸਹੀ ਹੈ। ਤਾਂ ਇਹ ਤੁਸੀਂ ਮਾਰਕ ਕਰਨਾ ਸੀ। ਸੋ ਅੱਜ ਦੇ ਜਿੰਨੇ ਆਪਾਂ ਤਿੰਨੇ ਕੁਐਸਚਨ ਦੇਖੇ ਆ, ਫਰਸਟ ਕੁਐਸਚਨ ਦੇ ਵਿੱਚ ਤੁਹਾਡੇ ਕੋਲ ਚਾਰ ਆਪਸ਼ਨ ਸੀ, ਤੁਸੀਂ ਇਨਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨਾ ਸੀ। ਸੀ ਆਪਸ਼ਨ ਤੁਹਾਡਾ ਆਂਸਰ ਸੀ। ਦੈਨ ਅਗੇਨ ਤੁਹਾਡੇ ਕੋਲ ਸੀ ਆਪਸ਼ਨ ਆਂਸਰ ਸੀ, ਇਨਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨਾ ਸੀ। ਲਾਸਟ ਜਿਹੜਾ ਆਪਾਂ ਥਰਡ ਨੰਬਰ ਕੁਐਸਚਨ ਦੇਖਿਆ ਉਹ ਤੁਹਾਨੂੰ ਕਰੈਕਟਲੀ ਸਪੈਲਡ ਵਰਡ ਫਾਈਂਡ ਆਊਟ ਕਰਨ ਦੇ ਲਈ ਕਿਹਾ ਗਿਆ ਸੀ। ਅਗੇਨ ਤੁਹਾਡਾ ਆਂਸਰ ਕੀ ਹੈ? ਸੀ ਹੈ। ਅੱਜ ਦੇ ਤਿੰਨੋਂ ਕੁਐਸਚਨ ਦਾ ਆਂਸਰ ਸੀ। ਤੁਸੀਂ ਇਹ ਜਿਹੜਾ ਇਹਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ। ਬਾਕੀ ਇੱਕ ਕੁਐਸਚਨ ਦੇ ਵਿੱਚ ਆਪਾਂ ਚਾਰ ਵਰਡ ਡਿਸਕਸ ਕੀਤੇ ਤੇ ਚਾਰੇ ਵਰਡਸ ਦੇ ਤੁਸੀਂ ਸਪੈਲਿੰਗ ਲਰਨ ਕਰਨੇ ਆ। ਤਾਂ ਅੱਜ ਦਾ ਜਿਹੜਾ ਤੁਹਾਡਾ ਕੰਮ ਹੋ ਗਿਆ, 12 ਵਰਡਸ ਆ ਜਿਹੜੇ ਤੁਸੀਂ ਸਪੈਲਿੰਗ ਲਰਨ ਕਰਨੇ ਆ। ਇਸ ਤੋਂ ਇਲਾਵਾ ਹਰ ਇੱਕ ਸਪੈਲਿੰਗ, ਇਸ ਤੋਂ ਇਲਾਵਾ ਜਿਹੜੇ ਵੀ ਆਪਾਂ ਵਨ ਵਰਡ ਸਬਸਟੀਟਿਊਸ਼ਨ ਕੀਤੇ ਆ, ਇਡੀਅਮ ਫਰੇਜ਼ਸ ਕੀਤੇ ਆ, ਜਾਂ ਫਿਰ ਸੈਨੋਨਿਮ ਮੈਂਟੋਨਿਮ ਦੇ ਵਿੱਚ ਕੋਈ ਇਹੋ ਜਿਹਾ ਵਰਡ ਜਿਹੜਾ ਕਿ ਤੁਹਾਨੂੰ ਸਪੈਲਿੰਗ ਨਹੀਂ ਆਉਂਦਾ, ਤਾਂ ਉਹ ਵੀ ਤੁਸੀਂ ਯਾਦ ਕਰ ਲੈਣੇ। ਅੱਗੇ ਆ ਜਿਹੜਾ ਆਪਣਾ ਲਾਸਟ ਕੁਐਸਚਨ, ਦੈਟ ਇਜ਼ ਫਿਕਸਡ ਪ੍ਰੈਪੋਜੀਸ਼ਨ। ਤਾਂ ਹੁਣ ਵਰਡਸ ਜਿਨ੍ਹਾਂ ਦੇ ਨਾਲ ਹਮੇਸ਼ਾ ਹੀ ਫਿਕਸਡ ਪ੍ਰੈਪੋਜੀਸ਼ਨ ਆ ਕੇ ਜਿਹੜਾ ਉਹਦਾ ਮੀਨਿੰਗ ਚੇਂਜ ਕਰ ਦਿੰਦੀ ਹੈ। ਦੇਖੋ
फर्स्ट अपने कोले ब्रिंग इन बेसिकली ब्रिंग का मतलब की होंगे ब्रिंग का मतलब किसी चीज ਨੂੰ ਲੈ ਕੇ ਆਉਣਾ ਹੁੰਦਾ ਨਾ ब्रिंग मतलब ब्रिंग ਬਹੁਤ ਆਪਾਂ ਜਿਵੇਂ ਆਪਾਂ ਯੂਜ਼ ਕਰਦੇ ਹਾਂ ਆਪਣੇ ਕੋਲੇ ਬਹੁਤ ਹੁੰਦੀ ਹੈ ਸੋ ब्रिंग ਦੇ ਨਾਲ ਜੇ ਇਨ ਪ੍ਰੈਪੋਜੀਸ਼ਨ ਆ ਜਾਏ ਤਾਂ ਤੁਹਾਡੇ ਕੋਲ ब्रिंग in ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਾਉਣਾ ਔਰ ਕੋਈ ਚੀਜ਼ ਕਮਾਈ ਕਰਨਾ ਅਰਨ ਕਰਨਾ ਕਮਾਈ ਕਰਨਾ ਸੋ ਟੂ ਇੰਟਰੋਡਿਊਸ ਐਂਡ ਟੂ ਅਰਨ ਮੀਨਿੰਗ ਹੁੰਦਾ ਤੁਹਾਡੇ ਕੋਲੇ ब्रिंग in ਦਾ ਐਗਜ਼ਾਮਪਲ ਤੁਹਾਨੂੰ ਦਿੱਤੀ ਗਈ ਹੈ they want to bring in a bill to limit arms ਐਕਸਪੋਜ਼ ਤਾਂ ਹੁਣ ਕੀ ਹੋ ਗਿਆ ਕੋਈ ਪਰਸਨ ਹੈ ਜਿਹੜਾ ਕਹਾ ਜਾ ਰਿਹਾ ਵੀ ਉਹ ਜਿਹੜੇ ਹੈਗੇ ਕੀ ਲੈ ਕੇ ਆਉਣਗੇ ਬ੍ਰਿੰਗ ਲੈ ਕੇ ਆਉਣ ਦੀ ਗੱਲ ਕਰ ਰਹੇ ਆ ਕਾਹਦੇ ਵਾਸਤੇ ਆਰਮਸ ਐਕਸਪੋਰਟ ਹੈ ਜਿਹੜੇ ਹਥਿਆਰਾਂ ਦੀ ਸਪਲਾਈ ਵਗੈਰਾ ਜਿਹੜਾ ਹਥਿਆਰ ਹੈ ਐਕਸਪੋਰਟ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਵਾਸਤੇ ਜਿਹੜਾ ਉਹਨਾਂ ਨੂੰ ਲਿਮਿਟ ਕਰਨ ਵਾਸਤੇ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿੱਲ ਨੂੰ ਇੰਟਰੋਡਿਊਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਇੱਥੇ ਬ੍ਰਿੰਗ ਇਨ ਦਾ ਮੀਨਿੰਗ ਹੈ ਤੁਹਾਡੇ ਕੋਲ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਾਉਣਾ ਬਿੱਲ ਇੰਟਰੋਡਿਊਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਬ੍ਰਿੰਗ ਇਨ ਜਿਹੜੀ ਤੁਹਾਡੇ ਕੋਲੇ ਪ੍ਰੈਪੋਜੀਸ਼ਨ ਫਿਕਸ ਪ੍ਰੈਪੋਜੀਸ਼ਨ ਤੁਸੀਂ ਯੂਜ਼ ਕੀਤੀ ਹੈ ਬ੍ਰਿੰਗ ਦੇ ਨਾਲ ਇਨ ਦਾ ਸੋ ਬ੍ਰਿੰਗ ਇਨ ਮੀਨਿੰਗ ਹੈ ਤੁਹਾਡੇ ਕੋਲੇ ਟੂ ਇੰਟਰੋਡਿਊਸ ਔਰ ਮੀਨਿੰਗ ਤੁਹਾਡੇ ਕੋਲੇ ਟੂ ਅਰਨ ਵੀ ਹੁੰਦਾ ਹੈ ਤਾਂ ਬ੍ਰਿੰਗ ਇਨ ਦਾ ਮੀਨਿੰਗ ਅਰਨ ਵੀ ਹੁੰਦਾ ਹੈ ਨੈਕਸਟ ਹੈ ਜੀ ਤੁਹਾਡੇ ਕੋਲੇ ਵਰਡ ਬ੍ਰਿੰਗ ਬੈਕ ਬ੍ਰਿੰਗ ਦੇ ਨਾਲ ਯੂਜ਼ ਕੀਤੀ ਜਾਣ ਵਾਲਾ ਵਰਡ ਤੁਹਾਡੇ ਕੋਲੇ ਬੈਕ ਬ੍ਰਿੰਗ ਬੈਕ ਦਾ ਮੀਨਿੰਗ ਬੇਸਿਕਲੀ ਬੈਕ ਦਾ ਮੀਨਿੰਗ ਹੁੰਦਾ ਕੋਈ ਚੀਜ਼ ਨੂੰ ਵਾਪਸ ਲੈ ਕੇ ਆਉਣਾ ਨਾ ਬੈਕ ਮਤਲਬ ਹੁੰਦਾ ਪਿੱਛੇ ਆਉਣਾ ਸੋ ਬ੍ਰਿੰਗ ਬੈਕ ਦਾ ਮੀਨਿੰਗ ਹੋਏਗਾ ਟੂ ਰਿਮਾਈਂਡ ਮਤਲਬ ਕੋਈ ਚੀਜ਼ ਰਿਮਾਈਂਡ ਕਰਨ ਦੀ ਕੋਸ਼ਿਸ਼ ਕਰਨਾ ਯਾਦ ਕਰਨ ਦੀ ਕੋਸ਼ਿਸ਼ ਕਰਨਾ ਹੁਣ ਯਾਦ ਕੀ ਕਰੋਗੇ ਜਿਹੜੀ ਤੁਸੀਂ ਕੋਈ ਚੀਜ਼ ਪਹਿਲਾਂ ਕੋਈ ਕੀਤੀ ਉਸੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋਗੇ ਸੋ ਟੂ ਰੀਇੰਟਰੋਡਿਊਸ ਸਮਥਿੰਗ ਜਾਂ ਫਿਰ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਵਾਇਆ ਜਾ ਰਿਹਾ ਇੱਕ ਤੁਹਾਨੂੰ ਫਰਸਟ ਟਾਈਮ ਇੰਟਰੋਡਿਊਸ ਕਰਵਾਇਆ ਸੈਕੰਡ ਟਾਈਮ ਇੰਟਰੋਡਿਊਸ ਕਰਵਾਇਆ ਜਾ ਰਿਹਾ ਥਰਡ ਟਾਈਮ ਕਰਵਾਇਆ ਜਾ ਰਿਹਾ ਜਾਂ ਦੁਬਾਰਾ ਤੋਂ ਕਹਿ ਸਕਦੇ ਹੋ ਤੁਸੀਂ ਇੰਟਰੋਡਿਊਸ ਕਰਵਾਇਆ ਜਾ ਰਿਹਾ ਤਾਂ ਫਿਰ ਤੁਸੀਂ ਵੀ ਬ੍ਰਿੰਗ ਬੈਕ ਦਾ ਯੂਜ਼ ਕਰੋਗੇ ਸੋ ਸਿੰਪਲ ਇੱਕ ਵਾਰ ਪਹਿਲੀ ਵਾਰ ਇੰਟਰੋਡਿਊਸ ਕਰਵਾਇਆ ਜਾ ਰਿਹਾ ਤਾਂ ਫਿਰ ਬ੍ਰਿੰਗ ਇਨ ਹੋ ਜਾਏਗਾ ਸੈਕੰਡ ਟਾइम करवाया जा रहा है तो ब्रिंग बैक हो जाएगा ब्रिंग बैक का मतलब रिमाइंड करना और टू इंट्रोड्यूस रीइंट्रोड्यूस समथिंग है जी ਤੁਹਾਡਾ मीनिंग एग्जांपल ਤੁਹਾਨੂੰ ਦਿੱਤੀ ਗਈ ਹੈ ड्राइविंग दिस कार brings back memories ਹੁਣ ਇਹ ब्रिंग बैक ਦਾ मतलब ਇੱਥੇ मीनिंग ਕੀ ਹੈ रिमाइंड ਕਰਾਉਣਾ रिमाइंड करना मतलब पिछलियां गल्लां ਜਿਹੜੀਆਂ ਹੈਗੀਆਂ ਤੁਹਾਡੇ ਯਾਦ ਆ ਗਈਆਂ ਕੀ ਕਰਕੇ ਕਾਰ ਨੂੰ ਡਰਾਈਵ ਕਰਕੇ ਸੋ ਡਰਾਈਵਿੰਗ ਦਿਸ ਕਾਰ ਬ੍ਰਿੰਗਸ ਬੈਕ ਮੈਮਰੀਜ਼ ਇਹ ਤੁਹਾਡਾ ਵਰਡ ਜਿਵੇਂ ਕਿ ਆਪਾਂ ਐਗਜ਼ਾਮਪਲ ਦੇਖੀ ਹੈ ਤਾਂ ਇਹ ਜਿਹੜਾ ਤੁਸੀਂ ਯਾਦ ਰੱਖਣਾ ਬ੍ਰਿੰਗ ਇਨ ਟੂ ਇੰਟਰੋਡਿਊਸ ਐਂਡ ਟੂ ਬ੍ਰਿੰਗ ਬੈਕ ਟੂ ਰਿਮਾਈਂਡ ਔਰ ਟੂ ਰੀਇੰਟਰੋਡਿਊਸ ਸਮਥਿੰਗ ਨੈਕਸਟ ਹੈ ਜੀ ਆਪਣੇ ਕੋਲੇ ਬ੍ਰਿੰਗ ਦੇ ਨਾਲ ਕੀਤਾ ਵਰਡ ਦੈਟ ਇਜ਼ ਅਪ ਬ੍ਰਿੰਗ ਦੇ ਨਾਲ ਪ੍ਰੈਪੋਜੀਸ਼ਨ ਅਪ ਬ੍ਰਿੰਗ ਅਪ ਦਾ ਮਤਲਬ ਹੁੰਦਾ ਬੇਸਿਕਲੀ ਅਪ ਦਾ ਮਤਲਬ ਹੁੰਦਾ ਕੋਈ ਚੀਜ਼ ਨੂੰ ਵਧਾਉਣਾ ਹਨਾ ਤਾਂ ਵੱਡਾ ਕਰਨਾ ਕਿਹਨੂੰ ਵੱਡਾ ਕਰਨਾ ਬੱਚੇ ਨੂੰ ਵੱਡਾ ਕਰਨਾ ਹੁਣ ਇੱਥੇ ਦਾ ਮੀਨਿੰਗ ਤੁਸੀਂ ਯਾਦ ਕਰੋਗੇ ਬ੍ਰਿੰਗ ਅਪ ਦਾ ਮੀਨਿੰਗ ਹੋਏਗਾ ਟੂ ਰੇਜ਼ ਅ ਚਾਈਲਡ ਦਾ ਬੱਚੇ ਦਾ ਪਾਲਣ ਪੋਸ਼ਣ ਕਰਨਾ ਬੱਚੇ ਨੂੰ ਵੱਡਾ ਕਰਨਾ ਸ਼ੀ ਵਾਟ ਅਪ 3 ਚਿਲड्रन ਤਾਂ ਆਪਣੇ ਕੋਲ ਐਗਜ਼ਾਮਪਲ ਹੈ ਸ਼ੀ ਵਾਕਡ ਅਪ 3 ਚਿਲड्रन मतलब ਕੀ ਹੋ ਗਿਆ ਉਹਨੇ ਕੀ ਕੀਤੇ ਤਿੰਨ ਬੱਚੇ ਆ ਜਿਹੜੇ ਵਧੀਆ ਤਰੀਕੇ ਨਾਲ ਪਾਲੇ ਪੋਸੇ ਆ ਸੋ ਸ਼ੀ ਵਾਕਡ ਅਪ 3 ਚਿਲड्रन ਬ੍ਰਿੰਗ ਅਪ ਮੀਨਿੰਗ ਹੈ ਤੁਹਾਡੇ ਕੋਲੇ ਟੂ ਰੇਜ਼ ਚਾਈਲਡ ਬੱਚੇ ਨੂੰ ਵੱਡਾ ਕਰਨਾ ਪਾਲਣ ਪੋਸ਼ਣ ਕਰਨਾ ਅੱਗੇ ਜੇ ਤੁਹਾਡੇ ਕੋਲੇ ਕੁਐਸਚਨ ਤਾਂ ਤੁਹਾਨੂੰ ਦੱਸਿਆ ਹੀ ਸੀ ਕਿ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਮਿਲੇਗਾ ਇੱਕ ਕੁਐਸਚਨ ਹੈ ਤੁਹਾਡਾ ਜੋ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ ਡਸ ਦਿਸ ਬ੍ਰਿੰਗ ਬਲੈਂਕ 올ਡ ਮੈਮਰੀਜ਼ ਡਸ ਦਿਸ ਬ੍ਰਿੰਗ ਬਲੈਕ 올ਡ ਮੈਮਰੀਜ਼ ਤਾਂ ਤੁਸੀਂ ਪੁੱਟ ਕਰਨਾ ਹੈ ਜਾਂ ਤਾਂ ਤੁਹਾਡੇ ਕੋਲ ਆਨਸਰ ਇਨ ਹੋਏਗਾ ਬ੍ਰਿੰਗ ਇਨ ਬ੍ਰਿੰਗ ਅਪ ਬ੍ਰਿੰਗ ਬੈਕ ਔਰ ਆਂਸਰ ਤੁਹਾਡੇ ਕੋਲ ਨਨ ਵੀ ਹੋ ਸਕਦਾ ਹੈ मतलब does this bring old memories भी हो सकता है does this bring in old memories does this bring up old memories or does this bring back old memories ਇਹ ਤੁਸੀਂ ਇਹ ਜਿਹੜਾ ਦੱਸਣਾ ਆਨਸਰ ਹੈ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਆ ਜਾਣਾ ਚਾਹੀਦਾ ਹੈ ਬਾਕੀ ਆਪਾਂ ਨੈਕਸਟ ਕਲਾਸ ਦੇ ਵਿੱਚ ਜਦੋਂ ਆਪਾਂ ਡਿਸਕਸ ਕਰਾਂਗੇ ਅੱਗੇ ਆਪਣੀ ਫਿਜ਼ਿਕਸ ਪ੍ਰੈਪਰੇਸ਼ਨ ਉੱਥੇ ਤੁਹਾਨੂੰ ਇਹਦਾ ਆਨਸਰ ਹੈ ਆਈਡੈਂਟੀਫਾਈ ਕਰ ਦਿੱਤਾ ਜਾਏਗਾ ਦੱਸ ਦਾਂਗੇ ਕੀ ਆਨਸਰ ਆਏਗਾ ਇਹਦਾ ਆਈ ਹੋਪ ਤੁਹਾਨੂੰ ਜਿਹੜਾ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਜਿੰਨੇ ਵੀ ਕੁਐਸਚਨ ਆਪਾਂ ਕੀਤੇ ਆ ਉਹਨਾਂ ਨੂੰ ਤੁਸੀਂ ਸੋਲਵ ਕਰ ਲੈਣੇ ਹੋਮਵਰਕ ਕੁਐਸਚਨ ਸਾਰਿਆਂ ਨੇ ਅਟੈਂਪਟ ਕਰਨਾ ਹੈ ਤੁਹਾਨੂੰ ਚਾਰ ਜਿਹੜੇ ਹੈਗੇ ਆਪਾਂ ਵਰਡ ਕਰਵਾਇਆ ਇੱਕ ਵਾਰ ਲੈ ਲਓ ਇਹਨਾਂ ਦੀ ਕੁਇਕ ਰਿਵੀਜ਼ਨ ਦੇਖੋ ਜੀ ਫਿਕਸ ਪ੍ਰੈਪੋਜੀਸ਼ਨ ਦੇ ਵਿੱਚ ਫਰਸਟ ਜਿਹੜਾ ਤੁਹਾਨੂੰ ਕਰਵਾਇਆ ਆਪਾਂ ਇਨ ਬ੍ਰਿੰਗ ਇਨ ਦਾ ਮੀਨਿੰਗ ਆ ਜਾਏਗਾ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਵਾਉਣਾ ਇੰਟਰੋਡਿਊਸ ਕਰਨਾ ਟੂ ਇੰਟਰੋਡਿਊਸ ਤੁਸੀਂ ਕਹਿ ਸਕਦੇ ਹੋ ਔਰ ਅਰਨ ਕਰਨਾ ਟੂ ਇੰਟਰੋਡਿਊਸ ਔਰ ਅਰਨ ਨੈਕਸਟ ਆਪਾਂ ਕੀਤਾ ਬ੍ਰਿੰਗ ਦੇ ਨਾਲ ਬ੍ਰਿੰਗ ਅਪ ਬ੍ਰਿੰਗ ਅਪ ਦਾ ਮਤਲਬ ਕੀ ਹੁੰਦਾ ਟੂ ਰੇਜ਼ ਚਾਈਲਡ ਬੱਚੇ ਨੂੰ ਵੱਡਾ ਕਰਨਾ ਬੱਚੇ ਦਾ ਪਾਲਣ ਪੋਸ਼ਣ ਕਰਨਾ ਐਂਡ ਦ ਲਾਸਟ ਜੋ ਆਪਾਂ ਡਿਸਕਸ ਕੀਤਾ ਹੈ ਬ੍ਰਿੰਗ ਬੈਕ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਰਿਮਾਈਂਡ ਕਰਨਾ ਯਾਦ ਕਰਨਾ ਟੂ ਰਿਮਾਈਂਡ ਔਰ ਟੂ ਇੰਟਰੋਡਿਊਸ ਤਾਂ ਇਹ ਸੀ ਜੀ ਤੁਹਾਡੇ ਕੋਲੇ ਤਿੰਨ ਵਰਡ ਬ੍ਰਿੰਗ ਦੇ ਨਾਲ ਜੇ ਤੁਸੀਂ ਇਨ ਦਾ ਯੂਜ਼ ਕਰੋਗੇ ਤਾਂ ਉਹਦਾ ਮੀਨਿੰਗ ਟੂ ਇੰਟਰੋਡਿਊਸ ਔਰ ਅਰਨ ਬ੍ਰਿੰਗ ਅਪ ਦਾ ਮੀਨਿੰਗ ਹੁੰਦਾ ਟੂ ਰੇਜ਼ ਦ ਜੈਟ ਐਂਡ ਬ੍ਰਿੰਗ ਬੈਕ ਦਾ ਮਤਲਬ ਹੁੰਦਾ ਟੂ ਰਿਮਾਈਂਡ ਔਰ ਰੀਇੰਟਰੋਡਿਊਸ ਤਾਂ ਇਹ ਜੀ ਤੁਹਾਡੇ ਕੋਲੇ ਅੱਜ ਦਾ ਕੁਐਸਚਨ ਡਸ ਦਿਸ ਬ੍ਰਿੰਗ ਬਲੈਂਕ 올ਡ ਮੈਮਰੀਜ਼ ਹਰ ਇੱਕ ਸਟੂਡੈਂਟ ਨੇ ਇਹ ਕੁਐਸਚਨ ਹੈ ਜਿਹੜਾ ਸੋਲਵ ਕਰਨਾ ਹੈ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੋਸਟ ਕਰ ਦੇਣਾ ਤੁਹਾਡਾ ਆਨਸਰ ਜੇ ਤੁਹਾਨੂੰ ਸਹੀ ਆਨਸਰ ਹੋਇਆ ਫਿਰ ਵੀ ਤੁਹਾਨੂੰ ਮਾਰਕ ਜਿਹੜਾ ਮਿਲ ਜਾਏਗਾ ਬਾਕੀ ਜੇ ਤੁਹਾਡਾ ਆਨਸਰ ਸਹੀ ਨਾ ਹੋਇਆ ਫਿਰ ਵੀ ਤੁਹਾਨੂੰ ਇਹਦਾ ਆਨਸਰ ਅਗਲੀ ਕਲਾਸ ਦੇ ਵਿੱਚ ਦੱਸਾਂਗੇ ਉੱਥੇ ਤੁਸੀਂ ਜਿਹੜਾ ਆਪਣੀ ਗਲਤੀ ਹੈ ਜਿਹੜੀ ਚੈੱਕ ਕਰ ਸਕਦੇ ਹੋ ਹਾਂਜੀ ਤਾਂ ਇਹ ਕੁਐਸਚਨ ਸਾਰਿਆਂ ਨੇ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਇਸੇ ਤਰੀਕੇ ਦੇ ਕੁਐਸਚਨ ਤੁਹਾਨੂੰ ਫਿਕਸ ਪ੍ਰੈਪੋਜੀਸ਼ਨ ਦੇ ਵਿੱਚ ਪੁੱਛੇ ਜਾਂਦੇ ਆ
ਟਰਾਈ ਕਰਿਆ ਕਰੋ ਜਿੰਨੇ ਕੁ ਵਰਡ ਤੁਹਾਨੂੰ ਕਰਾਏ ਜਾਂਦੇ ਕਲਾਸ ਦੇ ਵਿੱਚ ਲਰਨ ਕਰਿਆ ਕਰੋ, ਬਾਕੀ ਟਾਈਮ ਤਾਂ ਤੁਹਾਡੇ ਕੋਲ ਹੁੰਦਾ ਹੀ ਹੈ, ਤਾਂ ਤੁਸੀਂ ਇਹ ਜਿਹੜਾ ਉੱਥੋਂ ਆਪਣਾ ਟਾਈਮ ਥੋੜਾ ਬਹੁਤਾ ਕੱਢ ਕੇ 5-10 ਮਿੰਟਾਂ ਦੇ ਵਿੱਚ ਤੁਹਾਡੀ vocab ਦੀ ਕਲਾਸ ਹੈ ਜਿਹੜੀ ਪੂਰੀ ਦੀ ਪੂਰੀ ਤੁਸੀਂ ਰਿਵਾਈਜ਼ ਕਰ ਸਕਦੇ ਹੋ 2x ਦੀ ਸਪੀਡ ਦੇ ਉੱਤੇ। ਇੱਕ ਵਾਰ ਕਲਾਸ ਸਿੰਪਲ ਦੇਖਿਆ ਕਰੋ, ਫਿਰ 2x ਦੀ ਸਪੀਡ ਤੇ ਦੇਖ ਲਿਆ ਕਰੋ, ਤਾਂ ਜੋ ਤੁਹਾਡੀ ਕਲਾਸ ਹੈ ਜਿਹੜੀ ਇੱਕ ਵਾਰ ਤੁਹਾਨੂੰ ਗੋ ਥਰੂ ਹੋ ਜਾਏ, ਪਤਾ ਲੱਗ ਜਾਏ ਜੇ ਕੋਈ ਚੀਜ਼ ਕਨਸੈਪਟ ਕੋਈ ਮਿਸਿੰਗ ਹੁੰਦਾ ਹੈ, ਤਾਂ ਉੱਥੋਂ ਤੁਹਾਨੂੰ ਜਿਹੜਾ ਉਹ ਕੈਚ ਕਰ ਸਕੋ ਤੁਸੀਂ। ਹਾਂਜੀ, ਤਾਂ ਹੁਣ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ, ਨਵੇਂ ਵਰਡ ਸਿੱਖਾਂਗੇ, वन वर्ड सब्सटीट्यूशन करांगे, इडियम फ्रेजेस करांगे, अपना सेम स्पेलिंग एरर का पोर्शन ਤੁਹਾਨੂੰ ਲੈ ਕੇ ਆਵਾਂਗੇ ਤੁਹਾਡੇ ਲਈ। ਆਪਣਾ ਜਿਹੜਾ ਹੋਵੇਗਾ ਲਾਸਟ ਪ੍ਰੈਪੋਜੀਸ਼ਨ ਵਾਲਾ, ਇਸ ਪ੍ਰੈਪੋਜੀਸ਼ਨ ਵਾਲਾ ਪਲੱਸ ਤੁਹਾਡੇ ਕੋਲ ਅਗੇਨ ਇੱਕ ਕੁਐਸਚਨ ਹੈ ਜਿਹੜਾ ਤੁਹਾਨੂੰ ਸ਼ੇਅਰ ਕੀਤਾ ਜਾਏਗਾ, ਸੋ ਦੈਟ ਤੁਸੀਂ ਨਾਲ ਨਾਲ ਆਪਣਾ ਕੁਐਸਚਨ ਵੀ ਤਿਆਰ ਕਰਦੇ ਰਹੋ ਕਿ ਕਿਸ ਤਰੀਕੇ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ। ਹੁਣ ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਨਵੇਂ ਆਪਣੇ ਕੋਲੇ